ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਧੰਨ ਵਾਹਿਗੁਰੂ ਸਾਹਿਬ ਜੀ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੀਤੇ ਪਵਨ ਪਾਣੀ ਵੈ ਸੰਤਰ, ਕੀਤੇ ਕਾਨ ਮਹੇਸ਼, ਕੀਤੇ ਬ੍ਰਹਮੇ ਘਾੜਤ ਘੜੀਐ, ਰੂਪ ਰੰਗ ਕੇ ਵੇਸ। ਕੀਤੀਆਂ ਕਰਮ ਭੂਮੀ ਮੇਰ ਕੀਤੇ, ਕੀਤੇ ਧੂ ਉਪਦੇਸ਼, ਕੀਤੇ ਇੰਦ ਚੰਦ ਸੂਰ ਕੀਤੇ, ਕੀਤੇ ਮੰਡਲ ਦੇਸ਼। ਕੀਤੇ ਸਿੱਧ ਬੁੱਧ ਨਾਥ ਕੀਤੇ, ਕੀਤੇ ਦੇਵੀ ਵੇਸ। ਕੀਤੇ ਦੇਵ ਦਾਨਵ ਮੁਨ ਕੀਤੇ, ਕੀਤੇ ਰਤਨ ਸਮੁੰਦ। ਕੀਤੀਆਂ ਖਾਣੀ ਕੀਤੀਆਂ ਬਾਣੀ, ਕੀਤੇ ਪਾਤ ਨਰਿੰਦ। ਕੀਤੀਆਂ ਸੁਰਤੀ ਸੇਵਕ ਕੀਤੇ, ਨਾਨਕ ਅੰਤ ਨਾ ਅੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤਮਈ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਬਣਾ ਰਹੇ ਗੁਰੂ ਪਿਆਰੇ, ਗੁਰੂ ਸਵਾਰੇ ਸਤ ਸੰਗੀ ਜਨੋ, ਅਕਾਲ ਪੁਰਖ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਕਰਦਿਆਂ ਹੋਇਆਂ ਆਪਾਂ ਸਭਨਾਂ ਨੂੰ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ, ਜਿਸ ਸਮੇਂ ਦਾ ਲਾਭ ਆਪਾਂ ਸਾਰੇ ਹੀ ਸਤਿਗੁਰੂ ਜੀ ਦੀ ਪਾਵਨ ਬਾਣੀ ਨੂੰ ਵਿਚਾਰਨ ਦਾ ਲੈ ਰਹੇ ਹਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਮੋਲਕ ਰਚਨਾ, ਤਿੰਨਾਂ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਜਪ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਰੰਭ ਵਿੱਚ ਮੁੱਢਲੀ ਬਾਣੀ ਹੈ ਔਰ ਸਿੱਖ ਦੇ ਰੋਜ਼ਾਨਾ ਦੇ ਨੇਮ ਦਾ, ਨਿਤ ਦਾ ਹਿੱਸਾ ਹੈ, ਜਿਸ ਨੂੰ ਆਪਾਂ ਸਾਰੇ ਹੀ ਬੜੇ ਅਦਬ ਨਾਲ, ਬੜੇ ਸਤਿਕਾਰ ਔਰ ਪਿਆਰ ਦੇ ਨਾਲ ਪੜ੍ਹਦੇ ਹਾਂ। ਭਲੇ ਹੀ ਇਸ ਪਾਵਨ ਬਾਣੀ ਦੇ ਬਹੁਤ ਸਾਰੇ ਟੀਕਾਕਾਰਾਂ ਨੇ ਆਪਣੀ ਆਪਣੀ ਸਮਝ ਮੁਤਾਬਕ ਅਰਥ ਕਰਨ ਦਾ ਉਦਮ ਕੀਤਾ, ਯਤਨ ਕੀਤਾ ਹੈ। ਬੇਅੰਤ ਵਿਆਖਿਆਕਾਰਾਂ ਨੇ ਇਸ ਬਾਬਤ ਆਪਣੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਹਨ। ਬੇਅੰਤ ਲੋਕ ਇਸ ਪਾਵਨ ਬਾਣੀ ਨੂੰ ਪੜ੍ਹਦਿਆਂ ਹੋਇਆਂ ਇਸ ਦਾ ਆਨੰਦ, ਇਸ ਦਾ ਭਾਵ ਸਮਝਣ ਦੀ ਕੋਸ਼ਿਸ਼ ਕਰਦੇ ਹਨ, ਇਸ ਦਾ ਆਨੰਦ ਲੈਂਦੇ ਹਨ। ਸੋ ਇਹ ਨਿਰੰਤਰ ਸਾਰੇ ਹੀ ਇੱਕ ਗੱਲ ਜ਼ਰੂਰ ਸਾਬਤ ਕਰਦੇ ਹਨ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਸ ਪਾਠ ਨੂੰ, ਇਸ ਬਾਣੀ ਨੂੰ ਨਿਰੰਤਰ ਵਿਚਾਰਿਆ, ਪੜ੍ਹਿਆ, ਕਥਿਆ ਜਾ ਰਿਹਾ ਹੈ। ਇਸ ਦੇ ਨਾਲ ਇਹ ਗੱਲ ਸਾਬਤ ਹੁੰਦੀ ਹੈ, ਸਮਝ ਵਿੱਚ ਆਉਂਦੀ ਹੈ ਕਿ ਬਾਣੀ ਕਿੰਨੀ ਹਰਮਨ ਪਿਆਰੀ ਹੈ, ਕਿ ਇਸ ਬਾਬਤ ਕਿੰਨੇ ਵੱਡੀ ਪੱਧਰ ਉੱਤੇ ਹਰ ਵਿਅਕਤੀ ਜਿਹੜਾ ਇਸ ਨੂੰ ਸਮਝਣ, ਸਮਝਾਉਣ, ਪੜ੍ਹਨ ਅਤੇ ਪੜ੍ਹਾਉਣ ਦੇ ਸਿਲਸਿਲੇ ਦੇ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਜੁੜਿਆ ਹੋਇਆ ਹੈ। ਸਤਿਗੁਰੂ ਦੇ ਪਿਆਰ ਵਾਲਿਓ, ਆਪਾਂ ਯਤਨ ਕਰ ਰਹੇ ਹਾਂ ਇਸ ਪਾਵਨ ਬਾਣੀ ਦੇ ਪਾਠ ਨੂੰ, ਇਸ ਦੀ ਵਿਚਾਰ ਨੂੰ, ਇਸ ਦੀ ਵਿਆਖਿਆ ਨੂੰ ਆਪਸ ਵਿੱਚ ਸਾਂਝਿਆਂ ਕਰਨ ਦਾ, ਔਰ ਐਸੇ ਉਦਮ ਕੇਵਲ ਇਸ ਗੱਲ ਲਈ ਹੁੰਦੇ ਹਨ ਕਿ ਸਾਨੂੰ ਕਿਵੇਂ ਨਾ ਕਿਵੇਂ ਆਪਣੀ ਮਤ ਬੁੱਧ ਅਨੁਸਾਰ ਸਤਿਗੁਰੂ ਜੀ ਦੀ ਇਸ ਪਾਵਨ ਬਾਣੀ ਦੀ ਸੋਝੀ ਆ ਸਕੇ, ਤਾਂ ਕਿ ਇਸ ਬਾਣੀ ਦਾ ਉਪਦੇਸ਼ ਗ੍ਰਹਿਣ ਕਰਕੇ ਆਪਣੇ ਮਨ ਵਿੱਚ ਵਸਾ ਕੇ ਅਸੀਂ ਆਪਣੇ ਜੀਵਨ ਨੂੰ ਸੋਹਣਾ ਤੇ ਸੁਚੱਜਾ ਬਣਾ ਸਕੀਏ। ਗੁਰਬਾਣੀ ਦਾ ਇੱਕੋ ਹੀ ਮਕਸਦ ਹੈ, ਉਹ ਮਕਸਦ ਹੈ ਸਾਡੇ ਜੀਵਨ ਨੂੰ ਸਚਿਆਰਾ ਬਣਾਉਣਾ, ਸਾਡੇ ਅੰਦਰ ਗੁਰਮੁਖਤਾਈ ਦੇ ਗੁਣ ਪੈਦਾ ਕਰਨਾ, ਸਾਨੂੰ ਨੇਕ ਸੁਚੱਜੇ ਇਨਸਾਨ ਬਣਾ ਕੇ ਧਰਮੀ ਜੀਵਨ ਦੀ ਦਾਤ ਬਖਸ਼ਿਸ਼ ਕਰਨੀ। ਕਿਉਂਕਿ ਸਤਿਗੁਰੂ ਮਹਾਰਾਜ ਬਾਣੀ ਉਚਾਰਨ ਕਰਨ ਵਾਲੇ ਮਹਾਨ ਪੁਰਖ ਆਪ ਧਰਮੀ ਸਨ, ਨੇਕ ਸਨ, ਉਹ ਸੁਚੱਜੇ ਜੀਵਨ ਵਾਲੇ, ਉਹ ਸਚਿਆਰੀ ਅਵਸਥਾ ਨੂੰ ਪ੍ਰਾਪਤ ਕਰ ਚੁੱਕੇ, ਅਕਾਲ ਪੁਰਖ ਵਾਹਿਗੁਰੂ ਦੀ ਹੋਂਦ, ਅਕਾਲ ਪੁਰਖ ਦੇ ਗੁਣਾਂ, ਅਕਾਲ ਪੁਰਖ ਦੇ ਹੁਕਮ ਨੂੰ ਆਪਣੇ ਜੀਵਨ ਅੰਦਰ ਮਹਿਸੂਸ ਤੇ ਅਨੁਭਵ ਕਰਨ ਵਾਲੇ, ਜਗਤ ਦਾ ਭਲਾ ਚਾਹੁਣ ਵਾਲੇ ਐਸੀਆਂ ਮਹਾਨ ਸ਼ਖਸੀਅਤਾਂ ਨੇ ਜੋ ਕੁਝ ਆਪਣੀ ਰਸਨਾ ਤੋਂ ਆਖਿਆ, ਉਹ ਉਹਨਾਂ ਦੀ ਜ਼ਿੰਦਗੀ ਦਾ ਤਜਰਬਾ ਹੈ, ਉਹਨਾਂ ਦੀ ਜ਼ਿੰਦਗੀ ਦਾ ਨਿਚੋੜ ਹੈ। ਉਹਨਾਂ ਨੇ ਆਪਣੇ ਜੀਵਨ ਦਾ ਸਮੁੱਚਾ ਸਰਮਾਇਆ, ਆਪਣਾ ਤਜਰਬਾ, ਆਪਣੀ ਜ਼ਿੰਦਗੀ ਦਾ ਨਿਚੋੜ ਆਪਣੇ ਨਾਲ ਹੰਡੀਆਂ ਵਰਤੀਆਂ ਤਮਾਮ ਉਹ ਗੱਲਾਂ, ਉਹ ਅਨੁਭਵ ਉਪਦੇਸ਼ ਦੇ ਰੂਪ ਵਿੱਚ ਸਾਡੇ ਨਾਲ ਸਾਂਝੇ ਕੀਤੇ ਨੇ।
ਔਰ ਸਾਡਾ ਇਹ ਫਰਜ਼ ਬਣ ਜਾਂਦਾ ਹੈ, ਜਿੱਥੇ ਅਸੀਂ ਉਹਨਾਂ ਮਹਾਨ ਸ਼ਖਸੀਅਤਾਂ ਦੇ ਪ੍ਰਤੀ ਆਪਣੇ ਦਿਲ ਅੰਦਰ ਅਥਾਹ ਸ਼ਰਧਾ ਰੱਖਦੇ ਹਾਂ, ਸਤਿਕਾਰ ਰੱਖਦੇ ਹਾਂ, ਪਿਆਰ ਰੱਖਦੇ ਹਾਂ, ਉੱਥੇ ਉਹਨਾਂ ਦੇ ਕਹੇ ਹੋਏ ਬੋਲਾਂ ਨੂੰ ਵੀ ਬੜੇ ਪਿਆਰ ਤੇ ਸਤਿਕਾਰ ਸਹਿਤ ਪੜ੍ਹੀਏ, ਉਹਨਾਂ ਨੂੰ ਸਮਝਣ ਦੀ ਵੀ ਕੋਸ਼ਿਸ਼ ਕਰੀਏ। ਅਗਰ ਅਸੀਂ ਉਹਨਾਂ ਦਾ ਅਦਬ ਰੱਖਦੇ ਹਾਂ ਤੇ ਉਹਨਾਂ ਦੀ ਕਹੀ ਹੋਈ ਗੱਲ ਦਾ ਅਦਬ ਵੀ ਸਾਨੂੰ ਓਨਾ ਹੀ ਰੱਖਣਾ ਪਵੇਗਾ। ਅਗਰ ਅਸੀਂ ਉਹਨਾਂ ਦੇ ਨਾਲ ਪਿਆਰ ਕਰਦੇ ਹਾਂ, ਉਹਨਾਂ ਦੀ ਕਹੀ ਹੋਈ ਹਰ ਗੱਲ ਵੀ ਸਾਨੂੰ ਓਨੀ ਹੀ ਪਿਆਰੀ ਲੱਗਣੀ ਚਾਹੀਦੀ ਹੈ। ਅਗਰ ਅਸੀਂ ਉਹਨਾਂ ਦੇ ਪ੍ਰਤੀ ਆਪਣੇ ਹਿਰਦੇ ਦੇ ਅੰਦਰ ਸਤਿਕਾਰ ਦੀ ਭਾਵਨਾ ਰੱਖਦੇ ਹਾਂ, ਉਹਨਾਂ ਦਾ ਕਿਹਾ ਹੋਇਆ ਹਰ ਬੋਲ ਸਾਡੇ ਲਈ ਹੁਕਮ ਹੋਣਾ ਚਾਹੀਦਾ ਹੈ, ਔਰ ਉਸ ਨੂੰ ਹੁਕਮ ਰੂਪ ਵਿੱਚ ਉਪਦੇਸ਼ ਨੂੰ ਮੰਨ ਕੇ ਅਸੀਂ ਆਪਣੇ ਜੀਵਨ ਨੂੰ ਉਹਨਾਂ ਦੇ ਕਹੇ ਹੋਏ ਉਪਦੇਸ਼ ਮੁਤਾਬਕ ਢਾਲ ਕੇ ਉਹਨਾਂ ਵਰਗਾ ਜੀਵਨ ਜਿਉਣ ਦਾ ਕੁਝ ਨਾ ਕੁਝ ਯਤਨ ਜਿਹੜਾ ਹੈ, ਆਹਰ ਜਿਹੜਾ ਹੈ, ਉਹ ਆਪਣੇ ਜੀਵਨ ਅੰਦਰ ਕਰ ਸਕਦੇ ਹਾਂ। ਇਸ ਕਰਕੇ ਅਸੀਂ ਅਕਸਰ ਹੀ ਸ਼ਬਦ ਕਹਿੰਦੇ, ਦੁਹਰਾਉਂਦੇ ਤੇ ਸੁਣਦੇ ਹਾਂ ਵੀ ਗੁਰਬਾਣੀ ਸਾਡੇ ਜੀਵਨ ਦਾ ਆਧਾਰ ਹੈ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਆਧਾਰ ਕਿਉਂ ਹੈ? ਕਿਉਂਕਿ ਅਸੀਂ ਸਤਿਗੁਰੂ ਦੇ ਪਾਵਨ ਉਪਦੇਸ਼ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਖੁਦ ਇਹ ਯਤਨ ਕਰਨਾ, ਇਹ ਪ੍ਰੈਕਟਿਸ ਕਰਨੀ ਹੈ, ਇਹ ਅਭਿਆਸ ਕਰਨਾ ਹੈ ਆਪਣੇ ਜੀਵਨ ਅੰਦਰ ਕਿ ਸਾਡਾ ਜੀਵਨ ਵਿਹਾਰ ਵੀ ਸਤਿਗੁਰੂ ਦੀ ਪਾਵਨ ਬਾਣੀ ਦੇ ਉਪਦੇਸ਼ ਮੁਤਾਬਕ ਬਣੇ। ਤੋ ਜਿਹੜਾ ਇਸ ਪ੍ਰੈਕਟਿਸ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਲੱਗਦਾ ਹੈ, ਉਹ ਸਤਿਗੁਰੂ ਦੀ ਪਾਵਨ ਬਾਣੀ ਦੇ ਨੇੜੇ ਹੋਣ ਦੀ ਕੋਸ਼ਿਸ਼ ਜ਼ਰੂਰ ਕਰਦਾ ਹੈ, ਕਿਉਂਕਿ ਇਹ ਪ੍ਰੈਕਟਿਸ, ਇਹ ਅਭਿਆਸ ਓਨਾ ਚਿਰ ਸੰਭਵ ਨਹੀਂ ਹੋ ਨਹੀਂ ਸਕਦਾ ਜਿੰਨਾ ਚਿਰ ਅਸੀਂ ਸਤਿਗੁਰੂ ਦੀ ਬਾਣੀ ਨੂੰ ਪੜ੍ਹ ਕੇ, ਸੁਣ ਕੇ, ਵਿਚਾਰ ਕੇ ਉਸ ਦੇ ਉਪਦੇਸ਼ ਨੂੰ ਸਮਝਣ ਦਾ ਯਤਨ ਨਹੀਂ ਕਰਦੇ। ਤੋ ਇਹ ਪਹਿਲੀ ਪੌੜੀ ਹੈ, ਇਹ ਪਹਿਲਾ ਸਟੈਪ ਹੈ, ਇਹ ਪਹਿਲਾ ਕਰਮ ਤੇ ਕਦਮ ਹੈ ਕਿ ਅਸੀਂ ਸਤਿਗੁਰੂ ਦੀ ਬਾਣੀ ਨੂੰ ਪੜ੍ਹੀਏ ਜਾਂ ਸੁਣੀਏ, ਉਸ ਬਾਣੀ ਨੂੰ ਵਿਚਾਰੀਏ, ਉਸ ਬਾਣੀ ਦਾ ਭਾਵ ਉਪਦੇਸ਼ ਸਮਝਣ ਦੀ ਕੋਸ਼ਿਸ਼ ਕਰੀਏ, ਤਾਂ ਕਿ ਸਾਨੂੰ ਇਹ ਗੱਲ ਸਪਸ਼ਟ ਰੂਪ ਵਿੱਚ ਦਿਸ ਆਵੇ ਕਿ ਸਤਿਗੁਰੂ ਜੀ ਦਾ ਮਾਰਗ ਕੀ ਹੈ, ਗੁਰੂ ਉਪਦੇਸ਼ ਦਾ ਰਾਹ ਕੀ ਹੈ, ਸਤਿਗੁਰੂ ਸਾਨੂੰ ਕਿਸ ਪਾਸੇ ਵੱਲ ਤੋਰਨਾ ਚਾਹੁੰਦੇ ਹਨ। ਤੋ ਰਸਤੇ ਦੀ ਸੋਝੀ ਹੋਏਗੀ ਤਾਂ ਮੰਜ਼ਿਲ ਦੀ ਪ੍ਰਾਪਤੀ ਹੋ ਸਕਦੀ ਹੈ। ਅਗਰ ਰਸਤੇ ਉਜੜੇ ਹੋਣਗੇ ਤਾਂ ਮੰਜ਼ਿਲ ਕਿਵੇਂ ਮਿਲੇਗੀ? ਇਸ ਵਾਸਤੇ ਜੋ ਰਸਤਾ ਸਾਨੂੰ ਗੁਰਮਤਿ ਨੇ ਦੱਸਿਆ, ਉਹ ਗੁਰਮਤਿ ਗੁਰਬਾਣੀ ਨੂੰ ਵਿਚਾਰ ਕੇ ਸਮਝ ਵਿੱਚ ਆ ਸਕਦਾ ਹੈ। ਸੋ ਆਪਾਂ ਇਹ ਜਿਤਨਾ ਵੀ ਯਤਨ ਕਰ ਰਹੇ ਹਾਂ, ਇਹ ਕੇਵਲ ਇਸ ਵਾਸਤੇ ਹੈ ਕਿ ਸਾਨੂੰ ਇੰਨੀ ਸੋਝੀ ਆ ਜਾਏ ਘੱਟੋ ਘੱਟ ਕਿ ਅਸੀਂ ਗੁਰੂ ਦੇ ਰਾਹ ਦੇ ਉੱਤੇ, ਜਿਸ ਰਾਹ ਦੇ ਉੱਤੇ ਅਸੀਂ ਤੁਰਨ ਦੀ ਕੋਸ਼ਿਸ਼ ਕਰਨੀ, ਉਹ ਰਾਹ ਕੀ ਹੈ, ਗੁਰੂ ਦਾ ਉਪਦੇਸ਼ ਕੀ ਹੈ, ਗੁਰੂ ਦੀ ਮੱਤ ਕੀ ਹੈ। ਸੋ ਆਪ ਸਾਰੇ ਹੀ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਆਪਾਂ ਨਿਰੰਤਰ ਹੀ ਸਤ ਸੰਗਤ ਰੂਪ ਵਿੱਚ ਜੁੜ ਕੇ ਗੁਰੂ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਆਪਣੀ ਬਿਰਤੀ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਤੋਂ ਪਹਿਲਾਂ ਆਪ ਜੀ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਸ ਮਹਾਨ ਤੇ ਪਾਵਨ ਬਾਣੀ ਦੀ ਜੋ ਵਿਚਾਰ ਵਿਆਖਿਆ ਹੈ, ਉਹ 34 ਨੰਬਰ ਪੌੜੀ ਤੱਕ ਸ਼ਰਵਣ ਕੀਤੀ ਹੈ। 34 ਨੰਬਰ, 35 ਨੰਬਰ, 36 ਨੰਬਰ ਤੇ 37 ਨੰਬਰ 4 ਪੌੜੀਆਂ ਐਸੀਆਂ ਹਨ ਜਿਨ੍ਹਾਂ ਵਿੱਚ 5 ਖੰਡਾਂ ਦਾ ਜ਼ਿਕਰ ਹੈ। ਉਹਨਾਂ ਖੰਡਾਂ ਦੇ ਨਾਮ ਇਸ ਤਰ੍ਹਾਂ ਆਏ ਨੇ: ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ, ਕਰਮ ਖੰਡ ਤੇ ਸੱਚ ਖੰਡ। ਇਹਨਾਂ 5 ਖੰਡਾਂ ਬਾਰੇ ਵੀ ਸਿੱਖ, ਗੁਰਸਿੱਖ ਵਿਦਵਾਨਾਂ ਨੇ, ਗੁਰਮਤਿ ਗੁਰਬਾਣੀ ਨੂੰ ਵਿਚਾਰਨ ਵਾਲੇ ਸ਼ਰਧਾਲੂਆਂ ਨੇ, ਪ੍ਰੇਮੀਆਂ ਨੇ ਆਪਣੇ ਆਪਣੇ ਹਿਸਾਬ ਦੇ ਨਾਲ ਇਸ ਦਾ ਜ਼ਿਕਰ ਕਰਦਿਆਂ ਹੋਇਆਂ ਸੰਗਤ ਨਾਲ ਜੋ ਇਸ ਦਾ ਆਸ਼ਾ ਹੈ ਉਹ ਸਪਸ਼ਟ ਕਰਨ ਦੀ ਕੋਸ਼ਿਸ਼ ਤੇ ਯਤਨ ਕੀਤਾ। ਕੁਝ ਵਿਦਵਾਨਾਂ ਨੇ ਮੰਨਿਆ ਹੈ ਇਹ ਅਧਿਆਤਮਕ ਮਾਰਗ ਦੇ 5 ਪੜਾਅ ਹਨ। ਕਿਸੇ ਨੇ ਆਖਿਆ ਇਹ ਐਸੀਆਂ ਸਟੇਜਾਂ ਹਨ ਜਿਹੜੀਆਂ ਸੱਚ ਵਿੱਚ ਵਿਲੀਨ ਹੁੰਦਿਆਂ ਹੁੰਦਿਆਂ ਮਨੁੱਖ ਇਹਨਾਂ ਨੂੰ ਹੰਢਾਉਂਦਾ ਹੈ ਆਪਣੇ ਜੀਵਨ ਦੇ ਅੰਦਰ। ਔਰ ਕਿਸੇ ਨੇ ਇਸ ਨੂੰ ਗੁਰਮਤਿ ਅਭਿਆਸ ਦੇ 5 ਪੜਾਅ ਦੱਸੇ ਨੇ। ਕਿਸੇ ਨੇ ਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਮੰਨਣ ਦੇ ਇਹ 5 ਵੱਖਰੇ ਵੱਖਰੀਆਂ ਕੈਟਾਗਰੀਆਂ ਦੱਸੀਆਂ ਨੇ, ਅਵਸਥਾਵਾਂ ਬਿਆਨ ਕੀਤੀਆਂ ਨੇ, ਅਨੁਭਵ ਦੱਸੇ ਨੇ। ਔਰ ਕਿਸੇ ਨੇ ਇਸ ਬਾਬਤ ਬੜਾ ਸੁੰਦਰ ਵਿਚਾਰ ਕਰਦਿਆਂ ਇਹ ਵੀ ਕਿਹਾ ਕਿ ਜੋ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ ਇਸ ਜਪ ਬਾਣੀ ਦੇ ਰਾਹੀਂ, ਜੋ ਸਾਨੂੰ ਸਚਿਆਰਾ ਬਣਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰੇਰਨਾ ਕਰਦੇ ਨੇ, ਇਹ ਉਸੇ ਸਿਲਸਿਲੇ ਦੇ ਵਿੱਚ ਜਿਵੇਂ ਪਿਛਲੀਆਂ ਪੌੜੀਆਂ ਵਿਆਖਿਆ ਕਰਦੀਆਂ ਸਨ, ਸਾਨੂੰ ਉਪਦੇਸ਼ ਦ੍ਰਿੜ ਕਰਵਾਉਂਦੀਆਂ ਸਨ ਸਚਿਆਰੇ ਬਣਨ ਦਾ, ਉਸੇ ਤਰ੍ਹਾਂ ਇਹ ਵੀ 5 ਐਸੀਆਂ ਗੱਲਾਂ ਸਤਿਗੁਰੂ ਜੀ ਨੇ ਸਾਡੇ ਸਾਹਮਣੇ ਰੱਖੀਆਂ ਨੇ। ਇਹ ਉਸ ਗਿਆਨ ਦੀ ਵਿਚਾਰ ਦੇ 5 ਹਿੱਸੇ ਨੇ। ਖੰਡ ਦਾ ਅਰਥ ਹਿੱਸਾ ਹੁੰਦਾ ਹੈ। ਇਹ 5 ਅਧਿਆਏ ਨੇ ਐਸੇ ਜਿਹੜੇ ਕਿ ਸਚਿਆਰ ਬਣਨ ਵਾਸਤੇ ਸਾਡੀ ਜ਼ਿੰਦਗੀ ਵਿੱਚ ਹੋਣੇ ਬੜੇ ਜ਼ਰੂਰੀ ਨੇ, ਜਿਨ੍ਹਾਂ ਬਾਬਤ ਸਤਿਗੁਰੂ ਨੇ ਜ਼ਰੂਰੀ ਸਮਝਦਿਆਂ ਇੱਥੇ ਗੱਲ ਕੀਤੀ ਹੈ। ਸੋ ਸਤਿਗੁਰੂ ਜੀ ਦੀ ਪਾਵਨ ਬਾਣੀ ਨੂੰ ਵਿਚਾਰਦੇ ਆਪ ਜੀ ਨੇ 34 ਨੰਬਰ ਪੌੜੀ ਦੇ ਵਿੱਚੋਂ ਜਿਸ ਖੰਡ ਦੀ ਵਿਆਖਿਆ ਦਾ ਜ਼ਿਕਰ ਸੁਣਿਆ ਹੈ ਉਹਨੂੰ ਧਰਮ ਖੰਡ ਆਖਿਆ ਜਾਂਦਾ ਹੈ। ਸੰਖੇਪ ਵਿੱਚ ਕਹਿ ਦੇਵਾਂ ਵੀ ਸਤਿਗੁਰੂ ਜੀ ਨੇ ਧਰਮ ਖੰਡ ਦੇ ਇਸ ਜੁਜ ਦੀ ਵਿਆਖਿਆ ਕਰਦਿਆਂ ਇਹ ਗੱਲ ਆਖੀਏ, ਇਸ ਅਧਿਆਏ ਦੀ ਵਿਆਖਿਆ ਕਰਦਿਆਂ ਇਹ ਉਪਦੇਸ਼ ਦਿੱਤਾ ਹੈ
ਵੀ ਇਹ ਜੋ ਧਰਤੀ ਹੈ, ਤਮਾਮ ਕੁਦਰਤ ਵਿੱਚ, ਜਿੱਥੇ ਹਵਾ, ਪਾਣੀ, ਅੱਗ, ਰਾਤਾਂ, ਰੁੱਤਾਂ, ਥਿੱਤਾਂ, ਵਾਰ, ਇਹ ਸਭ ਕੁਝ ਹੁੰਦਿਆਂ ਹੋਇਆਂ ਇਹ ਧਰਤੀ ਇੱਕ ਧਰਮਸ਼ਾਲ ਰੂਪ ਹੈ, ਕਿਉਂਕਿ ਇੱਥੇ ਅਕਾਲ ਪੁਰਖ ਦੇ ਹੁਕਮ ਮੁਤਾਬਕ ਸਾਰੀ ਕੁਦਰਤ, ਸਾਰੀ ਕਾਇਨਾਤ ਕੰਮ ਕਰ ਰਹੀ ਹੈ। ਅਸੀਂ ਜੀਵ ਇਸ ਧਰਤੀ ਦੇ ਉੱਤੇ ਜਨਮ ਲੈ ਕੇ ਜੀਵਨ ਹੰਢਾ ਰਹੇ ਹਾਂ, ਜੀ ਰਹੇ ਹਾਂ। ਇਸ ਵਾਸਤੇ ਸਾਨੂੰ ਇਸ ਗੱਲ ਦਾ ਇਲਮ ਹੋ ਜਾਏ, ਸੋਝੀ ਆ ਜਾਏ ਵੀ ਇਹ ਧਰਤੀ ਧਰਮਸ਼ਾਲ ਵਾਂਗ ਹੈ। ਇੱਥੇ ਰਹਿ ਕੇ ਅਸੀਂ ਉਸ ਸੱਚ ਧਰਮ ਦੀ ਸੋਝੀ ਹਾਸਲ ਕਰਦੇ ਹਾਂ, ਉਸ ਧਰਮ ਨੂੰ ਜੀਣ ਦੀ ਕੋਸ਼ਿਸ਼ ਕਰਨੀ ਹੈ ਜਿਸ ਨੂੰ ਗੁਰਬਾਣੀ ਨੇ ਹੁਕਮ ਆਖਿਆ, ਅਕਾਲ ਪੁਰਖ ਦਾ ਨਿਯਮ ਆਖਿਆ, ਜਿਸ ਨੂੰ ਸੱਚ ਆਖਿਆ। ਇਸ ਵਾਸਤੇ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਤੇ ਨਾਲ ਦੀ ਨਾਲ ਸਤਿਗੁਰੂ ਜਿੱਥੇ ਇਹ ਜ਼ਿਕਰ ਕਰਦੇ ਨੇ ਵੀ ਇਹ ਧਰਤੀ ਧਰਮਸ਼ਾਲ ਵਿੱਚ ਅਸੀਂ ਸਾਰੇ ਜੀਵ ਆਏ ਹਾਂ, ਤਾਂ ਸਾਨੂੰ ਧਰਮ ਦੇ ਉਪਦੇਸ਼ ਨਾਲ, ਧਰਮ ਭਾਵ ਨਾਲ, ਧਰਮ ਦੀ ਕਮਾਈ ਕਰਦੇ ਹਾਂ, ਨੇਕ ਤੇ ਸਚਿਆਰਾ ਪੁਰਖ ਬਣ ਕੇ ਜੀਵਨ ਜੀਣਾ ਚਾਹੀਦਾ। ਉੱਥੇ ਦੂਸਰੀ ਗੱਲ ਆਖੀਏ, ਕਰਮੀ ਕਰਮੀ ਹੋਏ ਵਿਚਾਰ, ਵੀ ਹਰ ਮਨੁੱਖ ਆਪਣੇ ਕਰਮਾਂ ਦੇ ਆਧਾਰ ਉੱਤੇ ਚੰਗਾ ਜਾਂ ਮੰਦਾ ਬਣਦਾ ਹੈ। ਕੋਈ ਜਨਮ ਸਿੱਧ ਬੁਰਾ ਨਹੀਂ, ਕੋਈ ਜਨਮ ਸਿੱਧ ਉੱਚਾ ਨਹੀਂ। ਸਾਰੇ ਹੀ ਮਨੁੱਖ ਪ੍ਰਾਣੀ ਮਾਤਰ ਜਿਹੜੇ ਨੇ ਉਹ ਸਤਿਕਾਰ ਦੇ, ਰਿਸਪੈਕਟ ਦੇ ਅਧਿਕਾਰੀ ਨੇ, ਪਾਤਰ ਨੇ। ਮਨੁੱਖ ਆਪਣੇ ਕਰਮਾਂ ਕਰਕੇ ਉੱਤਮ ਹੁੰਦਾ ਹੈ ਤੇ ਆਪਣੇ ਕਰਮ ਕਰਕੇ ਨੀਚ ਹੁੰਦਾ ਹੈ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਇਸ ਵਾਸਤੇ ਕੋਈ ਕਿਸੇ ਨੂੰ ਜਨਮ ਸਿੱਧ ਉੱਤਮ ਨਹੀਂ ਕਹਿ ਸਕਦਾ ਤੇ ਨਾ ਜਨਮ ਸਿੱਧ ਦੂਸਰੇ ਨੂੰ ਨੀਚ ਕਹਿ ਸਕਦਾ। ਸਭ ਹੀ ਇੱਕੋ ਜਿਹੇ ਹਨ। ਪਰ ਹਜ਼ੂਰ ਨੇ ਆਖਿਆ ਸੀ ਆਪਣੇ ਕਰਮ ਕਰਕੇ, ਅਗਰ ਕਰਮ ਸਾਡੇ ਮਾੜੇ ਨੇ, ਸਾਡਾ ਸੁਭਾਅ ਮਾੜਾ ਹੈ, ਸਾਡੇ ਜੀਵਨ ਢੰਗ ਵਿਹਾਰ ਘਟੀਆ ਤੇ ਅਸੀਂ ਘਟੀਆ ਜੀਵਨ ਵਾਲੇ ਬਣ ਜਾਂਦੇ ਹਾਂ। ਜੇ ਸਾਡਾ ਕਰਮ ਵਿਹਾਰ ਚੰਗਾ ਹੈ, ਮਨੁੱਖ ਮਾਤਰ ਦੇ ਭਲਾਏ ਵਾਸਤੇ ਅਸੀਂ ਯਤਨਸ਼ੀਲ ਹਾਂ, ਉਦਮ ਕਰਦੇ ਹਾਂ, ਚੰਗੇ ਵਿਹਾਰ ਵਾਲੇ ਹਾਂ, ਤਾਂ ਸਾਡਾ ਜੀਵਨ ਉੱਤਮ ਹੈ। ਤੋ ਉੱਤਮ ਹੋਣਾ ਤੇ ਨੀਚ ਹੋਣਾ ਸਤਿਗੁਰੂ ਕਹਿੰਦੇ ਨੇ ਸਾਡੀਆਂ ਗੱਲਾਂ ਉੱਤੇ ਨਹੀਂ, ਬਲਕਿ ਮਨੁੱਖ ਦੇ ਵਿਹਾਰ ਉੱਤੇ ਟਿਕੀ ਹੋਈ ਗੱਲ ਹੈ। ਕਈ ਸੱਜਣ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਜੋ ਅਭਿਆਸ ਸਹਿਤ ਪੜ੍ਹਨ ਦਾ ਯਤਨ ਨਹੀਂ ਕਰਦੇ, ਉਹ ਕਈ ਵਾਰ 2-4 ਪੰਕਤੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ ਲੈ ਕੇ ਔਰ ਐਸਾ ਕੁਝ ਪ੍ਰਸ਼ਨ, ਕੁਝ ਸ਼ੰਕਾ, ਕੁਝ ਤਰਕ ਖੜਾ ਕਰਦੇ ਹਨ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਨਾਮ ਨਾ ਜਪਣ ਵਾਲਿਆਂ ਨੂੰ ਮਾੜਾ ਕਿਹਾ ਗਿਆ। ਉਹਨਾਂ ਸੱਜਣਾ ਦਾ ਤਰਕ ਹੈ, ਉਹਨਾਂ ਨੇ ਜਿਹੜੀਆਂ 1-2 ਪੰਕਤੀਆਂ ਜਾਂ ਕੁਝ ਸ਼ਬਦ ਚੁਣ ਲਏ ਹਨ, ਉਸ ਆਧਾਰ ਉੱਤੇ ਉਹ ਜੋ ਗੱਲ ਕਰਦੇ ਨੇ ਉਹਨਾਂ ਨੂੰ ਲੱਗਦਾ ਹੈ ਵੀ ਇਹ ਸਾਡਾ ਸਵਾਲ ਬਿਲਕੁਲ ਸਹੀ ਹੈ। ਪਰ ਗੌਰ ਕਰਨਾ, ਗੁਰਬਾਣੀ ਇੱਕ ਨਿਰੰਤਰ ਚੱਲ ਰਿਹਾ ਵਿਚਾਰ ਪ੍ਰਵਾਹ ਹੈ, ਜਿਸ ਨੂੰ ਅਸੀਂ ਅਗਰ ਨਿਰੰਤਰ ਸਮਝਣ ਦੀ ਕੋਸ਼ਿਸ਼ ਕਰੀਏ ਤੇ ਸਾਨੂੰ ਸਮਝ ਆਏਗੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਦੀ ਭਾਵਨਾ ਕੀ ਹੈ। ਕਿਸ ਭਾਵ ਦੇ ਨਾਲ ਗੁਰੂ ਸਾਹਿਬ ਜੀ ਨੇ ਗੱਲ ਕਹੀ ਹੈ ਵੀ ਨਾਮ ਨਾ ਜਪੈ ਤੇ ਆਤਮ ਘਾਤੀ, ਮਾਰਨਾ ਜਾਹੀ ਜਿਨਾ ਬਿਸਰਤ ਨਾਮ, ਨਾਮ ਬਿਹੂਨ ਜੀਵਨ ਕੌਣ ਕਾਮ। ਇਹ ਸ਼ਬਦ ਕਿਉਂ ਕਹੇ ਨੇ? ਨਾ ਬਿਨਾ ਜੋ ਪਹਿਰੇ ਖਾਏ, ਜਿਉ ਕੂਕਰ ਜੂਠਨ ਮੈਂ ਪਾਏ। ਉੱਥੇ ਸਾਨੂੰ ਭਾਵ ਸਮਝਣਾ ਪਏਗਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ ਜਿਹੜੇ ਮਨੁੱਖ ਨੇਕ ਚਾਲ ਚੱਲਣ ਨਾਲ ਜੀਵਨ ਦਾ ਵਿਹਾਰ ਨਹੀਂ ਕਰਦੇ, ਉਹਨਾਂ ਦੇ ਜੀਵਨ 'ਚ ਕੀ ਹੁੰਦਾ? ਜਿੱਥੇ ਨੇਕੀ ਨਾ ਹੋਵੇ, ਚੰਗਿਆਈ ਨਾ ਹੋਵੇ, ਸ਼ੁਭ ਗੁਣ, ਇਨਸਾਨੀ ਸੁਭਾਅ ਨਾ ਹੋਵੇ, ਉੱਥੇ ਕੀ ਹੋ ਸਕਦਾ? ਉੱਥੇ ਲੁੱਟ ਖਸੁੱਟ ਹੁੰਦੀ ਹੈ, ਪਾਪ ਹੁੰਦਾ ਹੈ, ਬੁਰਾਈ ਹੁੰਦੀ ਹੈ। ਹੁਣ ਇਹ ਭਾਵ ਸਮਝਣੇ ਸਨ, ਪਰ ਸ਼ਾਇਦ ਭਾਵ ਤੋਂ ਦੂਰ ਰਹਿ ਕੇ ਕੇਵਲ ਉਜਰ ਕਰ ਲਿਆ ਗਿਆ, ਤਰਕ ਕਰ ਲਿਆ ਗਿਆ, ਇਹ ਪ੍ਰਸ਼ਨ ਖੜੇ ਕਰ ਲਏ ਗਏ। ਦੇਖੋ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਵੇਂ ਲਿਖਿਆ, ਪਰ ਸਤਿਗੁਰੂ ਜੀ ਦਾ ਜੋ ਸ਼ਬਦ ਨੇ, ਜੋ ਇੱਕ ਵਿਚਾਰ ਪ੍ਰਵਾਹ ਚੱਲੇ, ਉਹਨੂੰ ਨਿਰੰਤਰ ਸਮਝਣ ਦੀ ਅਗਰ ਅਸੀਂ ਕੋਸ਼ਿਸ਼ ਕਰੀਏ, ਹਜ਼ੂਰ ਨੇ ਕਿਸੇ ਦੀ ਨਿੰਦਾ ਨਹੀਂ ਕੀਤੀ, ਕਿਸੇ ਨੂੰ ਮਾੜਾ ਨਹੀਂ ਕਿਹਾ, ਬਲਕਿ ਸਾਨੂੰ ਇੱਕ ਦਰਪਣ, ਇੱਕ ਸ਼ੀਸ਼ਾ ਵਿਖਾਇਆ। ਮੰਨ ਲਵੋ, ਉਦਾਹਰਣ ਦਿੰਦਾ ਹਾਂ, ਕਿਸੇ ਮਨੁੱਖ ਦੀ ਚੋਰੀ ਕਰਕੇ, ਕਿਸੇ ਮਨੁੱਖ ਦਾ ਲੁੱਟ ਕੇ, ਕਿਸੇ ਮਨੁੱਖ ਦਾ ਖੋਹ ਕੇ, ਕਿਸੇ ਮਨੁੱਖ ਦਾ ਚੁਰਾ ਕੇ ਕੁਝ ਅਗਰ ਮੈਂ ਖਾਂਦਾ ਹਾਂ, ਉਹਦੀ ਕਮਾਈ ਦੇ ਨਾਲ ਉੱਤੇ ਮੈਂ ਪਲਦਾ ਹਾਂ, ਧੱਕਾ ਕਰਕੇ, ਬੇਈਮਾਨੀ, ਗਲਤ ਢੰਗ ਨਾਲ, ਗਲਤ ਤਰੀਕੇ ਨਾਲ ਕਮਾਈ ਹੋਈ ਦੌਲਤ, ਗਲਤ ਤਰੀਕੇ ਨਾਲ ਲਿਆਂਦਾ ਹੋਇਆ ਪਦਾਰਥ, ਉਹਨੂੰ ਮੈਂ ਖਾਂਦਾ ਬੜੇ ਸਵਾਦ ਦੇ ਨਾਲ। ਕੀ ਉਹ ਮੇਰਾ ਹੈ? ਕੀ ਮੈਂ ਉਸ ਦਾ ਅਧਿਕਾਰੀ ਹਾਂ? ਨਹੀਂ ਹਾਂ। ਇਹ ਕੰਮ ਕਰਨਾ, ਚੋਰੀ, ਠੱਗੀ, ਬੇਈਮਾਨੀ, ਇਹ ਸਾਰੇ ਕੰਮ, ਦੂਸਰੇ ਦਾ ਹੜੱਪ ਲੈਣਾ, ਠੱਗ ਲੈਣਾ, ਇਹ ਕਿਹੜਾ ਜੀਵਨ ਹੈ? ਬੇਈਮਾਨੀ ਦਾ ਜੀਵਨ ਹੈ ਨਾ, ਧੱਕੇ ਦਾ ਜੀਵਨ ਹੈ ਨਾ। ਸਤਿਗੁਰੂ ਨੇ ਇਹਨੂੰ ਆਖਿਆ ਨਾਮ ਤੋਂ ਟੁੱਟ ਜਾਣਾ। ਧਿਆਨ ਦਿਓ, ਭਾਵਨਾ ਨੂੰ ਸਮਝਣ ਦੀ ਗੱਲ ਸੀ ਜੋ ਸਤਿਗੁਰੂ ਨੇ ਉਪਦੇਸ਼ ਦਿੱਤਾ, ਉਹਦੇ ਪਿੱਛੇ ਭਾਵ ਕੀ ਹੈ? ਇਹ ਸੀ ਧਰਮ ਨਾਲੋਂ ਟੁੱਟ ਜਾਣਾ। ਹੁਣ ਗੱਲ ਕਿੱਡੀ ਆਖੀ, ਨਾਮ ਬਿਨਾ ਜੋ ਪਹਿਰਾ ਖਾਏ, ਜਿਉ ਕੂਕਰ ਜੂਠਨ ਮੈਂ ਪਾਏ। ਅਗਰ ਮੈਂ ਦੂਸਰੇ ਦਾ ਚੁਰਾ ਕੇ, ਚੋਰੀ ਕਰਕੇ, ਠੱਗੀ ਮਾਰ ਕੇ, ਬੇਈਮਾਨੀ ਕਰਕੇ, ਉਹਨੂੰ ਲਿਤਾੜ ਕੇ, ਜ਼ੁਲਮ ਕਰਕੇ ਸਾਰਾ ਕੁਝ ਤੇ ਖਾਣ ਦੀ ਕੋਸ਼ਿਸ਼ ਕਰਦਾ, ਕਿ ਉਹ ਮੇਰਾ ਨਹੀਂ। ਗੁਰੂ ਨੇ ਆਖਿਆ ਤੂੰ ਤੇ ਝੂਠ ਖਾ ਰਿਹਾ। ਜਿਵੇਂ ਕੁੱਤਾ ਵੇਖਦਾ ਹੈ ਵੀ ਮਾਲਕ ਕੋਲ ਨਹੀਂ ਤੇ ਉਹ ਭਾਂਡਿਆਂ 'ਚ ਮੂੰਹ ਪਾਉਂਦਾ, ਜੋ ਕੁਝ ਮਿਲ ਜਾਂਦਾ ਉਹ ਖਾ ਲੈਂਦਾ, ਝੂਠੇ ਪਤਲਾਂ ਦੇ ਵਿੱਚ ਮੂੰਹ ਮਾਰਦਾ ਹੈ। ਬੰਦਿਆ, ਤੂੰ ਆਪਣੀ ਸੁਚੱਜੀ ਕਿਰਤ ਨਾ ਕਰਕੇ, ਆਪਣੇ ਫਰਜ਼ ਨਾ ਸਮਝ ਕੇ, ਦੂਸਰੇ ਮਨੁੱਖ ਨਾਲ ਜ਼ਾਲਸਾਜੀ, ਧੋਖਾ, ਬੇਈਮਾਨੀ, ਹਰ ਤਰ੍ਹਾਂ ਦਾ ਧੱਕਾ ਕਰਕੇ, ਚਤੁਰਾਈਆਂ ਨਾਲ ਦੂਸਰੇ ਦਾ ਹੜੱਪ ਰਿਹਾ। ਤੇਰਾ ਇਹ ਖਾਣਾ ਜ਼ਬਾਨ ਦੇ ਤੌਰ ਤੇ ਸਵਾਦ ਹੋ ਸਕਦਾ ਹੈ, ਪਰ ਬਿਰਤੀ ਦੇ ਤੌਰ ਉੱਤੇ ਤੈਨੂੰ
ਉਸ ਕੁੱਤੇ ਤੋਂ ਵੱਧ ਤੁਲਨਾ ਨਹੀਂ ਦਿੱਤੀ ਜਾ ਸਕਦੀ ਜਿਹੜਾ ਕੁੱਤਾ ਜੂਠੇ ਪਤਲਾਂ ਦੇ ਵਿੱਚ ਮੂੰਹ ਮਾਰ ਕੇ ਜੋ ਕੁਝ ਬਚਿਆ ਖੁਚਿਆ ਮਿਲ ਜਾਂਦਾ ਉਹ ਖਾ ਲੈਂਦਾ। ਲੋਭੀ ਵੀ ਤਾਂ ਐਵੇਂ ਹੀ ਕਰਦਾ। ਲੋਭ ਆਏ ਜੀਵਨ 'ਚ, ਤ੍ਰਿਸ਼ਨਾ ਆਏ ਜੀਵਨ 'ਚ, ਬੰਦਾ ਵੇਖਦਾ ਨਾ ਅਮੀਰ ਨਾ ਗਰੀਬ, ਨਾ ਆਪਣਾ ਨਾ ਪਰਾਇਆ, ਨਾ ਸਾਰੇ ਮਨੁੱਖ ਭੱਖ ਜੋ ਚੰਗਾ ਮੰਦਾ ਮਿਲਦਾ ਸਭ ਲਈ ਆਉਂਦਾ, ਕਿਉਂਕਿ ਅੰਦਰ ਦਾ ਖੂਹ ਭਰਨਾ ਹੁੰਦਾ। ਜੋ ਭਰਦਾ ਤੇ ਨਹੀਂ, ਪਰ ਉਹਨੂੰ ਭਰਨ ਦੀ ਕੋਸ਼ਿਸ਼ ਵਿੱਚ ਬੰਦਾ ਹਰ ਜਾਇਜ਼ ਨਾਜਾਇਜ਼ ਕੰਮ ਕਰਦਾ ਹੀ ਰਹਿੰਦਾ। ਹੁਣ ਗੱਲ ਤਾਂ ਭਾਵ ਨੂੰ ਸਮਝਣ ਦੀ ਸੀ, ਉਜਰ ਕਰਨ ਦੀ ਨਹੀਂ ਸੀ। ਤੋ ਇਸ ਤਰ੍ਹਾਂ ਮੈਂ ਬੇਨਤੀ ਕਰਦਾ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਅਸੀਂ ਅਗਰ ਬੜੇ ਹੀ ਇਸ ਤਰੀਕੇ ਦੇ ਨਾਲ, ਲਹਿਜ਼ੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਤਾਂ ਸਾਨੂੰ ਇਹ ਗੱਲ ਭਲੀ ਭਾਂਤ ਸਪਸ਼ਟ ਹੋ ਜਾਂਦੀ ਵੀ ਗੁਰੂ ਬਾਣੀ ਦਾ ਆਸ਼ਾ, ਗੁਰਬਾਣੀ ਦਾ ਮਕਸਦ ਸਾਨੂੰ ਉੱਚਾ ਸੁੱਚਾ ਜੀਵਨ ਬਖਸ਼ਿਸ਼ ਕਰਨਾ ਹੈ। ਗੁਰਬਾਣੀ ਦਾ ਮਕਸਦ ਸਾਨੂੰ ਉਚਿਆਉਣਾ ਹੈ, ਸਾਡੀ ਬਿਰਤੀ ਵਿੱਚ ਫਰਕ ਪਾਉਣਾ ਹੈ, ਸਾਡੇ ਵਿਹਾਰ ਵਿੱਚ ਤਬਦੀਲੀ ਪੈਦਾ ਕਰਨਾ ਹੈ, ਸਾਨੂੰ ਨੇਕ ਚਾਲ ਚੱਲਣ ਵਾਲੇ, ਸੱਚ ਦਾ ਅਨੁਭਵ ਰੱਖਣ ਵਾਲੇ ਔਰ ਸਚਿਆਰੇ ਪੁਰਖ ਬਣਾਉਣਾ ਹੈ ਗੁਰਬਾਣੀ ਦਾ ਮਕਸਦ। ਵੱਖਰੀ ਗੱਲ ਹੈ ਸੰਸਾਰ ਦੇ ਲੋਕਾਂ ਨੇ ਉਹਨਾਂ ਮਹਾਨ ਪੁਰਖਾਂ ਦੇ ਬੋਲਾਂ ਨੂੰ ਕਰਮ ਕਾਂਡਾਂ ਦੇ ਲਈ, ਰਸਮਾਂ ਰਿਵਾਜ਼ਾਂ ਦੇ ਲਈ ਜ਼ਿਆਦਾ ਵਰਤਿਆ ਤੇ ਆਪਣੀ ਜ਼ਿੰਦਗੀ ਨੂੰ ਸਵਾਰਨ ਵਾਸਤੇ ਉਹੀ ਵਰਤਦੇ ਨੇ ਜਿਨ੍ਹਾਂ ਨੂੰ ਗੁਰਬਾਣੀ ਦੀ ਸੋਝੀ ਤੇ ਅਥਾਹ ਧੁਰ ਆਤਮਾ ਤੋਂ ਬਾਣੀ ਦੇ ਉਪਦੇਸ਼ ਨਾਲ ਪਿਆਰ ਹੈ। ਸੋ ਗੁਰੂ ਰਹਿਮਤ ਕਰੇ, ਆਪਾਂ ਇਹ ਯਤਨ ਜ਼ਰੂਰ ਕਰਨਾ ਹੈ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰਵਾਸਾ ਹੋਏ। ਜਿਸ ਪਾਵਨ ਪੌੜੀ ਦਾ ਪਾਠ ਮੈਂ ਆਪ ਸਰਬੱਤ ਸੰਗਤ ਦੇ ਨਾਲ ਸਾਂਝਾ ਕੀਤਾ, ਇਹ ਜਪ ਬਾਣੀ ਦੀ 35 ਨੰਬਰ ਪੌੜੀ ਹੈ। ਪਾਵਨ ਪੌੜੀ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਧਰਮ ਖੰਡ ਕਾ ਇਹੋ ਧਰਮ, ਇਹ ਪਹਿਲੀ ਪੰਕਤੀ ਹੈ। ਸਤਿਗੁਰੂ ਜੀ ਇਹ ਇਸ਼ਾਰਾ ਇਸ ਤੋਂ ਪਹਿਲੀ ਪੌੜੀ ਵਾਲੇ ਪਾਸੇ ਕਰਦੇ ਨੇ, 34 ਨੰਬਰ ਪੌੜੀ ਜਿਹੜੀ ਆਪਾਂ ਵਿਚਾਰ ਚੁੱਕੇ ਹਾਂ ਵੀ ਧਰਮ ਖੰਡ ਦਾ, ਧਰਮ ਦਾ ਅਰਥ ਹੁੰਦਾ ਮੰਤਵ, ਕਰਤੱਵ ਦਾ ਮੈਂ ਤੁਹਾਡੇ ਸਾਹਮਣੇ ਜ਼ਿਕਰ ਕੀਤਾ ਹੈ ਵੀ ਧਰਮ ਦਾ, ਧਰਮ ਖੰਡ ਕਾ ਇਹੋ ਧਰਮ, ਜਿਹੜੀ ਧਰਮ ਅਵਸਥਾ ਹੈ, ਜਿੱਥੇ ਧਰਮ ਦਾ ਅਧਿਆਇ ਸ਼ੁਰੂ ਹੁੰਦਾ ਹੈ, ਜਿੱਥੇ ਧਰਮ ਦੀ ਸੋਝੀ ਮਨੁੱਖ ਨੂੰ ਆਉਣੀ ਚਾਹੀਦੀ ਹੈ, ਧਰਮ ਦੀ ਜਿਹੜੀ ਗੱਲ ਹੈ ਉਹਦਾ ਮੈਂ ਕਰਤੱਵ ਤੁਹਾਡੇ ਸਾਹਮਣੇ ਬਿਆਨ ਕਰ ਦਿੱਤਾ ਹੈ, ਉਹਦਾ ਸੁਭਾਅ ਦੱਸ ਦਿੱਤਾ ਹੈ, ਉਹ ਪੜਾਅ ਦੱਸ ਦਿੱਤਾ ਹੈ, ਉਹ ਅਧਿਆਇ ਤੁਹਾਡੇ ਨਾਲ ਮੈਂ ਸਾਂਝਾ ਕਰ ਲਿਆ। ਹੁਣ ਅਗਲੀ ਪੰਕਤੀ ਵਿੱਚ ਹਜ਼ੂਰ ਕਹਿੰਦੇ ਨੇ, ਇਹ ਪਹਿਲੀ ਪੰਕਤੀ ਦਾ ਇਸ਼ਾਰਾ 34 ਨੰਬਰ ਪੌੜੀ ਵਾਲੇ, ਅਗਲੀ ਪੰਕਤੀ ਜਿਹੜੀ ਹੈ ਉਹ ਹੁਣ ਇਸ 35 ਨੰਬਰ ਪੌੜੀ ਦਾ ਵਿਖਿਆਨ ਕਰਦੀ ਹੈ, ਵਿਆਖਿਆ ਕਰਦੀ। ਉਹਦੇ ਵਿੱਚ ਹਜ਼ੂਰ ਕਹਿੰਦੇ ਗਿਆਨ ਖੰਡ ਕਾ ਆਖੋ ਕਰਮ। ਹੇ ਭਾਈ, ਹੁਣ ਤੁਸੀਂ ਗਿਆਨ ਖੰਡ ਦਾ ਕਰਤੱਵ ਸਮਝ ਲਵੋ, ਗਿਆਨ ਖੰਡ ਦਾ ਸੁਭਾਅ ਸਮਝ ਲਵੋ। ਆਖੋ ਦਾ ਅਰਥ ਹੈ ਵਰਣਨ ਕਰੋ, ਸਮਝੋ, ਵਿਚਾਰਨ ਦੇ ਆਹਰ ਤੇ ਉਦਮ ਦੇ ਵਿੱਚ ਲੱਗੋ। ਤੇ ਜਿਹੜਾ ਮੈਂ ਹੁਣ ਅਧਿਆਏ ਸਤਿਗੁਰੂ ਕਹਿੰਦੇ ਨੇ ਤੁਹਾਡੇ ਸਾਹਮਣੇ ਰੱਖ ਰਿਹਾ, ਜਿਹਨੂੰ ਤੁਸੀਂ ਵਰਣਨ ਕਰਨਾ ਹੈ, ਜਿਹਨੂੰ ਤੁਸੀਂ ਵਿਚਾਰਨਾ ਹੈ, ਜਿਸ ਨੂੰ ਤੁਸੀਂ ਹੰਡਾਉਣ ਦੀ ਕੋਸ਼ਿਸ਼ ਕਰਨੀ ਹੈ, ਜਿਸ ਨੂੰ ਤੁਸੀਂ ਜਿਉਣ ਦਾ ਯਤਨ ਕਰਨਾ ਹੈ, ਉਹ ਹੈ ਗਿਆਨ ਖੰਡ। ਗਿਆਨ ਦਾ ਅਰਥ ਹੁੰਦਾ ਹੈ ਵਿਵੇਕ, ਬੁੱਧ, ਅਨੁਭਵ, ਸੋਝੀ। ਇਹ ਦਾਤਾਂ ਸਾਨੂੰ ਪ੍ਰਾਪਤ ਹੋ ਜਾਣੀਆਂ। ਗਿਆਨ ਦੋ ਤਰ੍ਹਾਂ ਦਾ ਹੈ, ਇੱਕ ਹੁੰਦਾ ਹੈ ਸਤਹੀ, ਕੇਵਲ ਤੇ ਕੇਵਲ ਬੁੱਧੀ ਦੇ ਤੌਰ ਤੇ, ਦਿਮਾਗੀ ਤੌਰ ਉਤੇ ਸਾਨੂੰ ਜਾਣਕਾਰੀ ਹੈ। ਜਿਵੇਂ ਮੈਂ ਉਦਾਹਰਣ ਦਿੰਦਾ ਹਾਂ ਇੱਕ ਸੰਖੇਪ ਜਿਹੀ, ਮੈਨੂੰ ਸਮਝ ਆ ਗਈ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਆਹ ਪੰਕਤੀ ਵੀ ਲਿਖੀ ਹੋਈ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ, ਗੱਲੀ ਪਿਸ ਨਾ ਜਾਈਏ ਛੁੱਟੇ ਸੱਚ ਕਮਾਏ। ਇਹ ਪੰਕਤੀ ਮੈਨੂੰ ਪਤਾ ਲੱਗ ਗਈ ਗੁਰੂ ਗ੍ਰੰਥ ਸਾਹਿਬ 'ਚ ਇੱਥੇ ਲਿਖੀ ਹੈ, ਇਸ ਗੁਰੂ ਸਾਹਿਬ ਦੀ ਹੈ, ਇਹਦਾ ਇਹ ਅਰਥ ਬਣਦਾ, ਇਹਦਾ ਇਹ ਮਤਲਬ ਬਣਦਾ। ਇਹ ਹੈ ਮੈਨੂੰ ਜਾਣਕਾਰੀ ਹੋ ਗਈ ਦਿਮਾਗੀ ਤੌਰ ਉੱਤੇ, ਬੁੱਧੀ ਦੇ ਤਲ ਉੱਤੇ ਮੈਨੂੰ ਇਹ ਪਤਾ ਲੱਗ ਗਿਆ ਵੀ ਗੁਰੂ ਨਾਨਕ ਸਾਹਿਬ ਜੀ ਨੇ ਐਸਾ ਉਪਦੇਸ਼ ਦਿੱਤਾ। ਇਹ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੰਨੇ ਨੰਬਰ ਅੰਕ ਉੱਪਰ ਸੁਭਾਏਮਾਨ ਦਰਜ ਹੈ। ਇਹ ਪਾਵਨ ਉਪਦੇਸ਼ ਦਾ ਇਹ ਅਰਥ ਬਣਦਾ ਹੈ ਤੇ ਮੈਨੂੰ ਇਹ ਪੰਕਤੀਆਂ ਵੀ ਯਾਦ ਨੇ। ਇਹ ਹੈ ਜਾਣਕਾਰੀ, ਧਿਆਨ ਦੇਣਾ, ਇਹ ਜਾਣਕਾਰੀ ਹੈ ਗੁਰਮਤ ਦੇ ਨਜ਼ਰੀਏ ਤੋਂ, ਇਹ ਜਾਣਕਾਰੀ ਹੈ, ਦਿਮਾਗੀ ਤੇ ਬੁੱਧੀ ਦੇ ਤਲ ਉੱਤੇ ਸੋਝੀ ਹੈ। ਹੁਣ ਗੁਰੂ ਸਾਹਿਬ ਗਿਆਨੀ ਫਿਰ ਕਿਹਨੂੰ ਕਹਿੰਦੇ ਨੇ? ਹੁਣ ਅਗਲੀ ਸਟੇਜ ਹੈ ਜਿੱਥੇ ਗੁਰੂ ਸਾਹਿਬ ਕਹਿੰਦੇ ਨੇ ਵੀ ਬੰਦਾ ਉਹ ਤਾਂ ਗਿਆਨੀ ਹੈ ਜੇ ਇਸ ਜਾਣਕਾਰੀ ਨੂੰ ਆਪਣੇ ਜੀਵਨ ਵਿੱਚ ਅਪਲਾਈ ਕਰ ਲੈਂਦਾ। ਧਿਆਨ ਦਿਓ, ਜਿਸ ਜਾਣਕਾਰੀ ਨੂੰ ਮੈਂ ਆਪਣੇ ਜੀਵਨ ਵਿੱਚ ਅਪਲਾਈ ਕਰ ਲਿਆ, ਇਹਨੂੰ ਹੰਢਾ ਲਿਆ, ਇਸ ਨੂੰ ਜੀ ਲਿਆ, ਤਾਂ ਸਮਝੋ ਮੈਂ ਗਿਆਨੀ ਹਾਂ, ਮੈਨੂੰ ਗਿਆਨ ਹੈ। ਅਗਰ ਮੈਂ ਉਸ ਨੂੰ ਹੰਢਾਇਆ ਨਹੀਂ, ਉਸ ਨੂੰ ਜੀਵਿਆ ਨਹੀਂ, ਉਸ ਨੂੰ ਆਪਣੇ ਜੀਵਨ ਵਿੱਚ ਕਮਾਉਣ ਦੀ ਕੋਸ਼ਿਸ਼, ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਫਿਰ ਮੈਨੂੰ ਗਿਆਨ ਨਹੀਂ ਹੈ, ਜਾਣਕਾਰੀ ਜ਼ਰੂਰ ਹੈ। ਕਿਉਂਕਿ ਇੱਕ ਗਿਆਨ ਹੈ ਕੇਵਲ ਸਤਹੀ ਤੌਰ ਤੇ, ਦਿਮਾਗੀ ਤੌਰ ਤੇ, ਬੁੱਧੀ ਦੇ ਤਲ ਉੱਤੇ ਪਤਾ ਲੱਗ ਗਿਆ ਗੱਲ ਕੀ ਹੈ, ਪਰ ਜੇ ਮੈਂ ਉਹਨੂੰ ਅਪਲਾਈ ਨਹੀਂ ਕਰ ਰਿਹਾ, ਉਹਦੀ ਪ੍ਰੈਕਟਿਸ ਨਹੀਂ ਕਰ ਰਿਹਾ, ਉਹਦਾ ਅਭਿਆਸ ਨਹੀਂ ਕਰ ਰਿਹਾ, ਉਹਨੂੰ ਜੀ ਨਹੀਂ ਰਿਹਾ, ਉਹੋ ਜਿਹਾ ਕੰਮ ਨਹੀਂ ਕਰ ਰਿਹਾ, ਤਾਂ ਫਿਰ ਮੇਰਾ ਜੀਵਨ ਗਿਆਨ ਵਾਲਾ ਨਹੀਂ ਹੋ ਸਕਦਾ। ਮੈਨੂੰ ਗੱਲਾਂ ਦਾ ਪਤਾ ਹੋ ਸਕਦਾ, ਮੈਨੂੰ ਡਾਇਰੈਕਸ਼ਨ ਪਤਾ ਹੋ ਸਕਦੀ ਹੈ, ਪਰ ਉਹਦੇ ਮੁਤਾਬਕ ਅਗਰ ਮੈਂ ਤੁਰਿਆ ਨਹੀਂ ਆ, ਤਾਂ ਸਮਝੋ ਸਤਿਗੁਰੂ ਕਹਿੰਦੇ ਤੂੰ ਅਗਿਆਨੀ ਹੀ ਹੈ। ਫਿਰ ਤਾਂ ਤੂੰ ਸਮਝਿਆ ਤੇ ਨਾ ਸਮਝਿਆ ਇੱਕ ਬਰਾਬਰ ਹੋ ਗਿਆ ਨਾ। ਫਿਰ ਤਾਂ ਤੇਰੀ ਹਾਲਤ ਨਾ ਸਮਝਣ ਵਾਲੀ ਹੋਈ ਵੀ ਜਿਹਨੂੰ ਨਹੀਂ ਪਤਾ, ਚਲੋ ਉਹ ਤਾਂ ਇਹ ਕੰਮ ਕਰ ਹੀ ਰਿਹਾ, ਤੈਨੂੰ ਪਤਾ ਲੱਗ ਗਿਆ ਸੀ, ਤੂੰ ਫਿਰ ਵੀ ਇਹ ਕੰਮ ਨਹੀਂ ਕੀਤਾ,
ਇਸ ਗੱਲ ਨੂੰ ਕਮਾਇਆ ਨਹੀਂ, ਇਸ ਗੱਲ ਨੂੰ ਮੰਨਿਆ ਨਹੀਂ, ਇਸ ਕਰਕੇ ਤੇਰੇ ਕੋਲ ਇਹ ਚੀਜ਼ ਹੋਈ ਤੇ ਨਾ ਹੋਈ ਇੱਕ ਬਰਾਬਰ ਹੋ ਗਈ, ਇੱਕ ਬਰਾਬਰ ਹੋ ਗਈ। ਸਗੋਂ ਤੂੰ ਸਮਝਣ ਦੇ ਉੱਤੇ ਜਿਹੜਾ ਸਮਾਂ ਲਾਇਆ ਉਹ ਵੀ ਤੇਰਾ ਜਾਈ ਚਲਿਆ ਗਿਆ। ਇਸ ਕਰਕੇ ਬਾਣੀ ਦੇ ਵਿੱਚੋਂ ਇੱਕ ਪੰਕਤੀ ਬੜੇ ਧਿਆਨ ਦੇ ਨਾਲ ਅਸੀਂ ਅਗਰ ਵਿਚਾਰਨ ਦੀ ਕੋਸ਼ਿਸ਼ ਕਰੀਏ, ਗੁਰੂ ਨੇ ਭੇਤ ਉਸ ਵਿੱਚ ਸਾਡੇ ਨਾਲ ਸਾਂਝਾ ਕਰ ਲਿਆ। ਕਹਿੰਦੇ ਨੇ, ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰ ਮਾਨੀ। ਵੀ ਮੈਂ ਗੁਰੂ ਦਾ ਬਚਨ ਗਾ ਰਿਹਾ ਹਾਂ, ਮੈਂ ਗੁਰੂ ਦਾ ਬਚਨ ਸੁਣ ਰਿਹਾ ਹਾਂ, ਪਰ ਥਾਂ ਕੀ ਕਦੋਂ ਪਏਗਾ? ਜਦੋਂ ਮੈਂ ਉਹਨੂੰ ਮੰਨਾਂਗਾ। ਅਗਰ ਉਹਨੂੰ ਮੰਨਾਂਗਾ ਤਦੋਂ ਹੀ ਮੇਰਾ ਜੀਵਨ ਉਹੋ ਜਿਹਾ ਬਣ ਸਕੇਗਾ ਨਾ, ਜੋ ਮੈਂ ਗਾ ਰਿਹਾ, ਜੋ ਮੈਂ ਕਥ ਰਿਹਾ, ਜੋ ਮੈਂ ਸੁਣ ਰਿਹਾ। ਗੁਰੂ ਨੇ ਆਹ ਆਖਿਆ, ਸਤਿਗੁਰੂ ਦਾ ਉਪਦੇਸ਼ ਹੈ, ਸਤਿਗੁਰੂ ਦੀ ਆ ਮੱਤ ਹੈ, ਸਤਿਗੁਰੂ ਦਾ ਇਹ ਮਾਰਗ ਹੈ। ਜੇ ਮੈਂ ਉਸ ਨੂੰ ਮੰਨ ਲੈਂਦਾ ਹਾਂ, ਕਮਾ ਲੈਂਦਾ, ਤਾਂ ਫਿਰ ਮੇਰੇ ਜੀਵਨ ਵਿੱਚ ਉਹ ਚੀਜ਼ ਜਿਹੜੀ ਅਪਲਾਈ ਹੁੰਦੀ ਹੈ, ਤਾਂ ਮੇਰਾ ਭਲਾ ਹੋਏਗਾ, ਨਹੀਂ ਤੇ ਕਹਿਣ ਨਾਲ ਨਹੀਂ ਹੋਏਗਾ। ਉਹ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਜੈਸੇ ਖਾਂਡ ਖਾਂਡ ਕਹੈ, ਜਿਹਬਾ ਨਾ ਸਵਾਦ ਮੀਠੋ ਆਵੈ, ਜਬ ਲਗ ਜੀਭ ਸਵਾਦ ਖਾਂਡ ਨਹੀਂ ਖਾਈਐ। ਕਹਿੰਦੇ ਨੇ, ਜਿੰਨਾ ਚਿਰ ਬੰਦਾ ਆਪਣੀ ਜ਼ੁਬਾਨ ਦੇ ਉੱਤੇ ਖੰਡ ਦੇ 4 ਦਾਣੇ ਨਹੀਂ ਰੱਖੇਗਾ, ਉਹਨੂੰ ਕਿਵੇਂ ਪਤਾ ਲੱਗੇਗਾ ਇਹਦਾ ਟੇਸਟ ਕਿਹੋ ਜਿਹਾ, ਕਿੰਨੀ ਸਵਾਦ ਹੈ, ਕਿੰਨੀ ਮਿਠਾਸ ਹੈ। ਬੰਦਾ ਕੇਵਲ ਖੰਡ ਦੇ ਨੇੜੇ ਬਹਿ ਕੇ ਖੰਡ 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 ਕਹਿੰਦਾ ਰਵੇ ਕਿ ਇਹਨਾਂ ਕਹਿਣ ਦੇ ਨਾਲ ਜਾਂ ਉਹਦੇ ਸਾਹਮਣੇ ਬੈਠ ਜਾਣ ਦੇ ਨਾਲ ਸਾਰਾ ਮਸਲਾ ਹੱਲ ਹੋ ਸਕਦਾ। ਤੂੰ ਨੇੜੇ ਬਹਿਣਾ ਤੇ ਚੰਗਾ, ਨੇੜੇ ਜਾਏਗਾ ਤੇ ਖਾਏਗਾ ਨਾ। ਗੌਰ ਕਰਿਓ, ਨੇੜੇ ਜਾਏਗਾ ਖੰਡ ਦੇ ਤਾਂ ਹੀ ਖਾਏਗਾ, ਖੰਡ ਦਾ ਨਾਮ ਲਵੇਗਾ ਤਾਂ ਹੀ ਖੰਡ ਦੀ ਜਿਹੜੀ ਆਪਣੀ ਮਹੱਤਤਾ ਹੈ ਜਾਂ ਖੰਡ ਦੀ ਆਇਡੈਂਟੀਟੀ ਉਹ ਸਾਹਮਣੇ ਆਏਗੀ। ਕਹਿਣਾ ਵੀ ਸੀ, ਕੋਲ ਵੀ ਜਾਣਾ ਸੀ, ਪਰ ਤੀਜਾ ਕੰਮ ਅਗਰ ਨਾ ਕੀਤਾ ਤਾਂ ਕੋਲ ਜਾਣ ਤੇ ਕਹਿਣ ਦਾ ਵੀ ਅਸਰ ਜਿਹੜਾ ਹੈ ਉਹ ਬੇਅਸਰ ਹੋ ਜਾਏਗਾ। ਉਹ ਤੀਜਾ ਕੰਮ ਸੀ ਵੀ ਉਸ ਨੂੰ ਖਾਣਾ ਜ਼ਰੂਰ ਸੀ, ਤਾਂ ਕਿ ਪਤਾ ਲੱਗ ਜਾਂਦਾ ਵੀ ਇਹਦਾ ਸਵਾਦ ਵੀ ਮਿੱਠਾ ਹੈ, ਉਹਦਾ ਸਵਾਦ ਵੀ ਮੰਨਣਾ ਸੀ। ਤੋ ਇਹ ਤੀਜਾ ਕਰਮ ਜਿਹੜਾ ਹੈ, ਇਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਕਰਨਾ ਬੜਾ ਜ਼ਰੂਰੀ ਹੈ ਜੇ ਪਹਿਲੇ 2 ਕੰਮਾਂ ਦਾ ਫਾਇਦਾ ਲੈਣਾ। ਖੰਡ ਦੇ ਨੇੜੇ ਜਾਣ ਦਾ ਜਿਹੜਾ ਅਸੀਂ ਮਸ਼ੱਕਤ ਤੇ ਮਿਹਨਤ ਕੀਤੀ, ਜੇ ਉਹਦਾ ਵੀ ਅਸੀਂ ਚਾਹੁੰਦੇ ਹਾਂ ਫਾਇਦਾ ਮਿਲੇ, ਖੰਡ ਖੰਡ ਕਹਿਣ ਦਾ ਵੀ ਫਾਇਦਾ ਮਿਲੇ, ਤਾਂ ਜ਼ਰੂਰੀ ਸੀ ਖੰਡ ਦੇ 4 ਦਾਣੇ ਵੀ ਜ਼ੁਬਾਨ ਤੇ ਰੱਖਦੇ। ਤਾਂ ਕੋਲ ਜਾਣ ਦੀ ਮਿਹਨਤ ਜਿਹੜੀ ਕੀਤੀ ਉਹ ਸਫਲੀ ਤੇ ਹੁੰਦੀ, ਨਹੀਂ ਤੇ ਬੰਦਾ ਕੋਲ ਵੀ ਗਿਆ ਤੇ ਖੰਡ ਦਾ ਰਸ ਵੀ ਨਾ ਲਿਆ, ਤਾਂ ਉਹ ਕੋਲ ਜਾਣ ਦੀ ਜਿਹੜੀ ਮਿਹਨਤ ਸੀ ਜਾਂ ਖੰਡ ਦੀ ਪ੍ਰਾਪਤੀ ਕਰਨ ਦੀ ਜਿਹੜੀ ਮਿਹਨਤ ਸੀ ਉਹ ਵੀ ਅਜਾਈਂ ਚਲੀ ਗਈ, ਉਹਦਾ ਕੋਈ ਲਾਭ ਨਹੀਂ ਨਿਕਲ ਸਕਿਆ, ਨਤੀਜਾ ਨਹੀਂ ਨਿਕਲ ਸਕਿਆ। ਇਸ ਕਰਕੇ ਗੁਰੂਦੇਵ ਬਾਣੀ ਦੇ ਅੰਦਰ ਬਖਸ਼ਿਸ਼ ਕਰਦਿਆਂ ਹੋਇਆਂ ਕਹਿੰਦੇ ਨੇ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜੇਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਤੋ ਮੰਨਣਾ, ਕਮਾਉਣਾ, ਹੰਡਾਉਣਾ, ਅਪਲਾਈ ਕਰ ਲੈਣਾ, ਉਹਦੀ ਪ੍ਰੈਕਟਿਸ ਕਰਨੀ, ਉਹਦਾ ਅਭਿਆਸ ਕਰਨਾ, ਇਹ ਬੇਹੱਦ ਜ਼ਰੂਰੀ ਬਾਤ ਸੀ। ਬੜਾ ਜ਼ਰੂਰੀ ਅੰਗ ਹੈ ਧਰਮ ਦੀ ਜ਼ਿੰਦਗੀ ਦਾ, ਇਹਦੇ ਤੋਂ ਬਿਨਾਂ ਗੱਲ ਬਣਦੀ ਹੀ ਨਹੀਂ। ਬਾਕੀ ਸਾਰੇ ਕਰਮ ਤਾਂ ਉਰੇ ਦੀਆਂ ਗੱਲਾਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਸੋ ਜਿਹੜੀ ਗੱਲ ਅਸੀਂ ਆਪਣੇ ਜੀਵਨ ਵਿੱਚ ਅਪਲਾਈ ਕਰਦੇ ਹਾਂ, ਜਿਹਨੂੰ ਅਸੀਂ ਮਹਿਸੂਸ ਕਰਦੇ ਹਾਂ, ਜਿਸ ਨੂੰ ਅਸੀਂ ਹੰਢਾ ਰਹੇ ਹੁੰਦੇ ਹਾਂ, ਜਿਹਨੂੰ ਅਸੀਂ ਜੀ ਰਹੇ ਹੁੰਦੇ ਹਾਂ, ਉਹ ਹੈ ਗਿਆਨ। ਤਾਈਓ ਮਹਾਰਾਜ ਨੇ ਕਿਹਾ, ਜਿਹੜਾ ਭੈ ਦਿੰਦਾ ਨਹੀਂ, ਜਿਹੜਾ ਭੈ ਮੰਨਦਾ ਨਹੀਂ, ਭੈ ਕਾਹੂ ਕਉ ਦੇਤ ਨਹਿ ਭੈ ਮਾਨ ਤਾਨ, ਕਉ ਨਾਨਕ ਸੁਨਰੇ ਮਨਾ, ਗਿਆਨੀ ਤਾਹੇ ਬਖਾਨ। ਗਿਆਨੀ ਉਹ ਹੈ ਜਿਹੜਾ ਇਹਨਾਂ ਗੁਣਾਂ ਨੂੰ ਹੰਢਾ ਰਿਹਾ, ਜਿਹੜਾ ਇਸ ਅਵਸਥਾ ਨੂੰ, ਜੀਵਨ ਦੇ ਇਸ ਲੈਵਲ ਨੂੰ ਮਾਣ ਰਿਹਾ, ਉਹ ਗਿਆਨੀ ਹੈ। ਤੋ ਗਿਆਨਵਾਨ ਦੇ ਅਰਥ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਇਹੀ ਸਾਨੂੰ ਸਮਝਾਉਂਦੇ ਨੇ, ਹੇ ਸੋਝੀ ਵਿਵੇਕ ਬੁੱਧ ਰੱਖਣ ਵਾਲੇ, ਹੇ ਕਮਾਈ ਵਾਲੇ। ਤੋ ਗਿਆਨੀ ਦੇ ਅਰਥ ਸਾਡੇ ਸਾਹਮਣੇ ਹੁਣ 2 ਉੱਭਰ ਕੇ ਆਏ ਨੇ। ਮੈਂ ਸੰਖੇਪ ਵਿੱਚ ਕਹਾਂ, ਇੱਕ ਤਾਂ ਹੈ ਦਿਮਾਗੀ ਤੌਰ ਤੇ, ਬੁੱਧੀ ਦੇ ਤੌਰ ਤੇ ਜਾਣਕਾਰੀ, ਸੋਝੀ ਹਾਸਲ ਕਰਨ ਵਾਲਾ। ਦੂਜਾ ਹੈ ਕਮਾਈ ਕਰਨ ਵਾਲਾ, ਪ੍ਰੈਕਟਿਸ ਕਰਨ ਵਾਲਾ, ਅਭਿਆਸ ਕਰਨ ਵਾਲਾ, ਜੀਣ ਵਾਲਾ, ਜਿਹਨੇ ਉਹ ਗੱਲ ਅਪਲਾਈ ਕਰ ਲਈ, ਮੰਨ ਲਈ, ਕਮਾ ਲਈ ਆਪਣੇ ਜੀਵਨ ਵਿੱਚ। ਉਹ ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਗਿਆਨ ਦਾ ਆਨੰਦ ਕਿਸ ਨੇ ਲਿਆ? ਜਿਸ ਨੇ ਕਮਾਇਆ, ਉਸ ਨੇ ਆਨੰਦ ਲਿਆ, ਉਸ ਨੇ ਜੀ ਲਈ ਉਹ ਗੱਲ। ਜੇ ਮੇਰੇ ਕੋਲ ਬੇਸ਼ੁਮਾਰ ਦੌਲਤ ਹੋਵੇ ਪਰ ਮੈਂ ਫਿਰ ਵੀ ਭੀਖ ਮੰਗ ਕੇ ਗੁਜ਼ਾਰਾ ਕਰਾਂ, ਤਾਂ ਕੀ ਮੈਂ ਕੇਵਲ ਇਹਨਾਂ ਲੋਕਾਂ ਨੂੰ ਆਖਾਂ ਮੈਂ ਬੜਾ ਅਮੀਰ ਹਾਂ, ਮੈਂ ਬੜਾ ਰੱਜਿਆ ਪੁੱਜਿਆ, ਮੇਰੇ ਘਰ 'ਚ ਘਾਟ ਕੋਈ ਨਹੀਂ, ਤਾਂ ਕੀ ਲੋਕ ਮੇਰੇ ਉੱਪਰ ਹੱਸਣਗੇ ਨਹੀਂ? ਤੇਰੀ ਅਮੀਰੀ ਤੋਂ ਕਿਸੇ ਨੇ ਕੀ ਲੈਣਾ? ਤੂੰ ਅਮੀਰ ਹੈ, ਰੋਜ਼ ਇਹ ਗੱਲ ਕਹਿ ਕੇ ਤੂੰ ਲੋਕਾਂ ਦੇ ਕੰਨ ਖਾਂਦਾ ਹੈ, ਸਿਰ ਖਾਂਦਾ ਹੈ, ਸਮਾਂ ਬਰਬਾਦ ਕਰਦਾ ਹੈ, ਆਪਣੀ એનર્ਜੀ ਦੂਜਿਆਂ ਦਾ ਸਮਾਂ ਖਰਾਬ ਕਰਦਾ ਹੈ। ਖਾਂਦਾ ਤੇ ਤੂੰ ਭੀਖ ਮੰਗ ਕੇ, ਪਹਿਨਦਾ ਤੇ ਤੂੰ ਭੀਖ ਮੰਗ ਕੇ, ਲੋੜਾਂ ਤੇ ਤੂੰ ਆਪਣੀ ਅਮੀਰੀ ਨਾਲ ਪੂਰੀਆਂ ਕਰਦਾ ਨਹੀਂ। ਤੇਰੀ ਇਹ ਦੌਲਤ ਦਾ ਫਾਇਦਾ ਕੀ ਹੈ? ਕੋਈ ਆਖੇ ਮੇਰੀ ਰਸੋਈ 'ਚ 36 ਪ੍ਰਕਾਰ ਦੇ ਪਕਵਾਨ ਨੇ, ਪਰ ਮੰਗੇ ਗੁਆਂਢੀਆਂ ਦੇ ਕੋਲੋਂ, ਮੰਗੇ ਦੂਜਿਆਂ ਦੇ ਕੋਲੋਂ। ਤੁਸੀਂ ਅੰਦਾਜ਼ਾ ਲਾਓ ਕਿ ਲੋਕ ਉਸ ਉੱਪਰ ਹੱਸਣਗੇ ਨਹੀਂ? ਇੱਕ ਆਮ ਜੀ ਉਦਾਹਰਣ ਹੈ ਸਾਡੇ ਸਮਾਜ ਦੀ, ਕਿ ਅਸੀਂ ਇਹ ਨਹੀਂ ਕਵਾਂਗੇ ਤੇਰੇ 36 ਪ੍ਰਕਾਰ ਦੇ ਪਕਵਾਨਾਂ ਦਾ ਭਾਈ ਕੀ ਫਾਇਦਾ ਹੈ, ਤੂੰ ਤਾਂ ਮੰਗਤਾ ਹੀ ਹੈ, ਤੂੰ ਤਾਂ ਮੰਗ ਹੀ ਰਿਹਾ ਨਾ। ਗੱਲ ਤਾਂ ਤੇਰੀ ਇੱਥੇ ਹੀ ਖਲੋਤੀ ਹੈ। ਅਸਲ ਰੀਅਲ ਤੌਰ ਉੱਤੇ ਸਚਾਈ ਤੇਰੀ ਜ਼ਿੰਦਗੀ ਦੀ, ਲਾਈਫ ਦੀ ਇਹ ਹੈ ਵੀ ਤੂੰ ਮੰਗਤਾ ਹੈ। ਜੇ ਉਹ 36 ਪ੍ਰਕਾਰ ਦੇ ਪਕਵਾਨ ਤੇਰੇ ਘਰ ਨੇ ਤੇ ਤੈਨੂੰ ਆ ਮੰਗਣ ਦੀ ਬਿਰਤੀ ਛੱਡ ਕੇ ਖਾਣਾ ਚਾਹੀਦਾ, ਹੰਡਾਉਣਾ ਚਾਹੀਦਾ, ਸਗੋਂ ਉਹਦੇ ਚੋਂ ਕਿਸੇ ਨੂੰ ਦੇਣਾ ਚਾਹੀਦਾ। ਜੇ ਤੇਰੇ ਕੋਲ ਇੰਨੀ ਦੌਲਤ, ਪੈਸਾ, ਧਨ ਪਦਾਰਥ ਹੈ, ਅਮੀਰੀ ਹੈ, ਤਾਂ ਤੂੰ ਉਹਨੂੰ ਜੀਣ ਦੀ ਕੋਸ਼ਿਸ਼ ਕਰ ਤੇ ਦੂਸਰਿਆਂ ਦੀ ਮਦਦ ਕਰ, ਤਾਂ ਤੇ ਤੂੰ ਅਮੀਰ ਹੈ। ਆਪ ਤੂੰ ਗਲ ਵਿੱਚ ਲੀਰਾਂ ਪਾ ਕੇ ਰੱਖਦਾ,
ਤੂੰ ਚੰਗਾ ਖਾਂਦਾ ਨਹੀਂ, ਕਿਸੇ ਕੋਲ ਰੋਟੀ ਦਾ ਟੁੱਕ ਲੈ ਕੇ ਤੂੰ ਆਪਣਾ 2 ਡੰਗ ਦਾ ਸਵੇਰ ਸ਼ਾਮ ਦਾ ਭੋਜਨ ਛਕਦਾ, ਤੇਰੀ ਅਮੀਰੀ ਦਾ ਤੈਨੂੰ ਲਾਭ ਕੀ ਹੈ ਭਲਾ? ਕੋਈ ਫਾਇਦਾ ਹੀ ਨਹੀਂ। ਭਾਵੇਂ ਸਾਰੀ ਦੁਨੀਆ ਦੀ ਦੌਲਤ ਵੀ ਤੇਰੇ ਕੋਲ ਹੋਵੇ, ਜਦੋਂ ਤੂੰ ਉਹਦਾ ਲਾਭ ਹੀ ਨਹੀਂ ਲੈ ਰਿਹਾ ਤਾਂ ਫਾਇਦਾ ਕੀ ਹੈ? ਠੀਕ ਉਸੇ ਤਰ੍ਹਾਂ ਅਣਵਰਤਿਆ ਹੋਇਆ ਗਿਆਨ, ਅਣਵਰਤੀ ਹੋਈ ਜਾਣਕਾਰੀ ਜਿਹੜੀ ਏ ਉਹ ਉਸ ਅਮੀਰ ਵਿਅਕਤੀ ਦੇ ਦਾਅਵੇ ਵਰਗੀ ਏ ਜਿਸ ਕੋਲ ਦੌਲਤ ਤੇ ਬੜੀ ਏ ਪਰ ਉਹਦੇ ਵਿੱਚੋਂ ਨਾ ਤਾਂ ਰੋਟੀ ਖਾਂਦਾ, ਨਾ ਭੋਜਨ ਛਕਦਾ ਤੇ ਨਾ ਆਪਣੀ ਸਰੀਰ ਦੀ ਲੋੜ ਪੂਰੀ ਕਰਦਾ, ਮੰਗਦਾ ਜ਼ਰੂਰ ਏ। ਤੋ ਉਲਟਾ ਸਗੋਂ ਮਜ਼ਾਕ ਦਾ ਪਾਤਰ ਬਣ ਜਾਂਦਾ ਹੈ। ਇਸੇ ਲਈ ਇੱਕ ਸ਼ਬਦ ਸਤਿਗੁਰੂ ਨੇ ਬਾਣੀ 'ਚ ਕਿਹਾ ਸੀ, ਜਗ ਕਊਆ ਮੁਖ ਚੁੰਚ ਗਿਆਨ, ਅੰਤਰ ਲੋਭ ਝੂਠ ਅਭਿਮਾਨ, ਬਿਨ ਨਾਮੇ ਪਾਜ ਲਹਿਗ ਨਿਦਾਨ। ਕਹਿੰਦੇ ਮੈਂ ਜਗਤ ਵੱਲ ਝਾਤ ਮਾਰੀਏ, ਜਗ ਕਾਂ ਦੇ ਸੁਭਾਅ ਵਰਗਾ। ਕਾਂ ਹੁਣ ਗੰਦਗੀ 'ਚ ਮੂੰਹ ਮਾਰਦਾ ਨਾ। ਸਤਿਗੁਰੂ ਨੇ ਬਾਣੀ 'ਚ ਇੱਕ ਸ਼ਬਦ ਕਿਹਾ, ਕਊਆ ਕਾਗ ਕਉ ਅੰਮ੍ਰਿਤ ਰਸ ਪਾਈਐ, ਤਿਪਤੈ ਵਿਸ਼ਟਾ ਖਾਏ ਮੁਖ ਗੋਹੈ। ਕਾਂ ਨੂੰ ਕੇਸਰ ਚੰਦਨ ਚੰਗੀਆਂ ਬੜੀਆਂ ਕੀਮਤੀ ਚੀਜ਼ਾਂ ਖਾਣ ਵਾਸਤੇ ਦਿੱਤੀਆਂ ਜਾਣ, ਪਰ ਉਹਦਾ ਸੁਭਾਅ ਉਹਨੇ ਗੰਦਗੀ 'ਚ ਮੂੰਹ ਜ਼ਰੂਰ ਮਾਰਨਾ। ਰੂੜੀ ਦੇ ਢੇਰ ਤੇ ਬਹਿੰਦਾ, ਵਿਸ਼ਟਾ ਫੋੜਦਾ, ਗੰਦ ਦੇ ਵਿੱਚ ਮੂੰਹ ਜ਼ਰੂਰ ਚੁੰਝਾ ਮਾਰਦਾ। ਸਤਿਗੁਰੂ ਆਖਦੇ ਉਹਦੇ ਅੰਦਰਲਾ ਸੁਭਾਅ ਨਹੀਂ ਬਦਲਿਆ। ਜੇ ਉਹਦਾ ਅੰਦਰਲਾ ਸੁਭਾਅ ਨਹੀਂ ਬਦਲਿਆ ਤਾਂ ਕਾਂ ਦੀ ਚੁੰਝ ਦੇ ਵਿੱਚ ਕੀਮਤੀ ਪਦਾਰਥ ਹੋਵੇ, ਕੋਈ ਬੰਦਾ ਉਹਦੇ ਵੱਲ ਵੇਖ ਕੇ ਇਹ ਭਰਮ ਪਾੜ ਲਵੇ ਵੀ ਵੇਖੋ ਬਈ ਕਾਂ ਦਾ ਤਾਂ ਸੁਭਾਅ ਬਦਲ ਗਿਆ, ਕਾਂ ਤੇ ਬਦਲ ਗਿਆ। ਨਹੀਂ, ਕੱਲਾ ਉਹਦੀ ਚੁੰਝ ਵਿੱਚ ਅੜੀ ਹੋਈ ਕੀਮਤੀ ਚੀਜ਼ ਵੇਖ ਕੇ ਇਹ ਨਾ ਅੰਦਾਜ਼ਾ ਲਾਓ ਵੀ ਕਾਂ ਹੁਣ ਸੁਧਰ ਗਿਆ ਜਾਂ ਕਾਂ ਟੋਟਲੀ ਤਬਦੀਲ ਤੇ ਚੇਂਜ ਹੋ ਗਿਆ। ਨਹੀਂ, ਉਹਦੀ ਬਿਰਤੀ ਹੈ ਇਹ ਚੀਜ਼ ਉਹਦੀ ਚੁੰਝ ਦੇ ਵਿੱਚ, ਫਿਰ ਜਾ ਕੇ ਗੰਦ ਦੇ ਵਿੱਚ ਮੂੰਹ ਜ਼ਰੂਰ ਮਾਰੇਗਾ। ਤੇ ਸਤਿਗੁਰੂ ਇਹ ਉਦਾਹਰਣ ਦਿੰਦੇ ਨੇ ਇੱਕ ਪੰਛੀ ਦਾ ਜੋ ਤੌਰ ਤਰੀਕਾ ਹੈ, ਉਹਦੀ ਜੋ ਜ਼ਿੰਦਗੀ, ਉਹਦਾ ਜੋ ਕਰਮ, ਉਹਦਾ ਜੋ ਸੁਭਾਅ ਹੈ, ਪ੍ਰਵਿਰਤੀ ਹੈ, ਉਹਦੇ ਤੋਂ ਸਾਨੂੰ ਇੱਕ ਚੋਭ ਮਾਰਦੇ ਨੇ ਸੰਸਾਰ ਦੇ ਮਨੁੱਖਾਂ ਨੂੰ। ਬੰਦਿਆ ਕਿਤੇ ਆ ਜਿਹੜੀ ਜਾਣਕਾਰੀ, ਆ ਜਿਹੜੀਆਂ ਗਿਆਨ ਦੀਆਂ ਗੱਲਾਂ, ਆ ਜਿੰਨੀਆਂ ਵੀ ਤੂੰ ਗੱਲਾਂ ਕਰਦਾ, ਇਹ ਕਿਤੇ ਕਾਂ ਦੀ ਚੁੰਝ ਦੇ ਵਿੱਚ ਅੜੀ ਹੋਈ ਕੀਮਤੀ ਚੀਜ਼ ਵਰਗੀਆਂ ਹੀ ਤੇ ਨਹੀਂ ਵੀ ਅੰਦਰੋਂ ਵੀ ਬਿਰਤੀ ਬਦਲੀ ਹੈ ਕਿ ਬਸ ਐਵੇਂ ਚੁੰਝ ਦੇ ਵਿੱਚ ਹੀ ਸਾਰਾ ਕੁਝ ਰੱਖਿਆ। ਜਗ ਕਊਆ ਮੁਖ ਚੁੰਚ ਗਿਆਨ, ਅੰਤਰ ਲੋਭ ਝੂਠ ਅਭਿਮਾਨ। ਅੰਦਰ ਤੇ ਤੇਰੇ ਲੋਭ ਉਸੇ ਤਰ੍ਹਾਂ ਹੀ ਹੈ, ਝੂਠ ਵੀ ਉਸੇ ਤਰ੍ਹਾਂ ਹੀ ਹੈ, ਅਭਿਮਾਨ ਹੰਕਾਰ ਵੀ ਹਰ ਗੱਲ ਦਾ ਉਸੇ ਤਰ੍ਹਾਂ ਹੈ। ਅੰਦਰੋਂ ਤਾਂ ਤੇਰਾ ਵਤੀਰਾ ਕੋਈ ਨਹੀਂ ਬਦਲਿਆ ਨਾ। ਬਿਰਤੀ ਵਿੱਚ ਫਰਕ ਨਹੀਂ ਪਿਆ, ਸੂਰਤੀ ਵਿੱਚ ਫਰਕ ਨਹੀਂ ਪਿਆ, ਸੁਭਾਵ ਕਰਮ ਵਿੱਚ ਫਰਕ ਨਹੀਂ ਪਿਆ, ਕੋਈ ਅੰਦਰੂਨੀ ਤੌਰ ਤੇ ਤੇਰੀ ਬਣਾਵਟ ਵਿੱਚ ਤੇ ਕੋਈ ਤਬਦੀਲੀ ਨਹੀਂ ਆਈ। ਮਾਨਸਿਕ ਬਣਤਰ ਤੇਰੀ ਉਸੇ ਤਰ੍ਹਾਂ ਹੀ ਹੈ ਜਿਹੋ ਜੀ ਪਹਿਲਾਂ ਸੀ। ਪਰ ਹਾਂ, ਇੰਨਾ ਫਰਕ ਹੈ ਅੱਗੇ ਨਾਲੋਂ ਤੂੰ 4 ਗਿਆਨ ਦੀਆਂ ਗੱਲਾਂ ਵੱਧ ਕਰਨ ਲੱਗ ਗਿਆ। ਤੇ ਹਜ਼ੂਰ ਨੇ ਬਾਣੀ ਚ ਆਖਿਆ, ਗਿਆਨ ਨਾ ਗੱਲੀ ਢੂੰਡੀ ਐ, ਕਥਨਾ ਕਰੜਾ ਸਾਰ। ਕਿੱਡੀ ਉੱਚੀ ਗੱਲ ਕਹੀ ਹੈ। ਕਹਿੰਦੇ ਗਿਆਨ ਦੀ ਅਵਸਥਾ ਨੂੰ ਖਾਲੀ ਗੱਲਾਂ ਚੋਂ ਨਹੀਂ, ਗੱਲ ਕਰਨੀ ਬੜੀ ਜ਼ਰੂਰੀ ਹੈ, ਟਾਕ ਕਰਨਾ ਬੜਾ ਜ਼ਰੂਰੀ ਹੈ। ਮੈਂ ਚੰਗੀ ਗੱਲ ਜਾਣਦਾ, ਤੁਹਾਡੇ ਨਾਲ ਸਾਂਝੀ ਕਰਦਾ, ਤੁਸੀਂ ਜਾਣਦੇ ਹੋ ਮੇਰੇ ਨਾਲ ਸਾਂਝੀ, ਇੱਕ ਦੂਜੇ ਨਾਲ ਇਸੇ ਤਰ੍ਹਾਂ ਆਪਾਂ ਸਾਂਝ ਬਣਾ ਕੇ ਕੁਝ ਸਿੱਖਦੇ ਹਾਂ। ਉਹ ਸਿੱਖਿਆ ਹੋਇਆ ਤਾਂ ਦੀ ਲਾਭ ਦੇ ਸਕਦਾ ਜੇ ਉਹਨੂੰ ਜੀਵਨ 'ਚ ਹੰਢਾ ਲਿਆ ਜਾਏ। ਪਰ ਹਜ਼ੂਰ ਕਹਿੰਦੇ ਜੇ ਕੋਈ ਇਕੱਲਾ ਗੱਲਾਂ ਤੇ ਹੀ ਟਿਕ ਕੇ ਰਹਿ ਜਾਏ, ਇਸ ਪਹਿਲੇ ਸਟੈਪ ਉੱਤੇ ਖਲੋਤਾ ਰਹਿ ਜਾਏ, ਅੱਗੇ ਤੁਰੇ ਹੀ ਨਾ, ਤੇ ਉਹਨੂੰ ਕਹਿੰਦੇ ਨੇ ਗਿਆਨ ਨਾ ਗੱਲੀ ਢੂੰਡੀ ਹੈ, ਕਥਨਾ ਕਰੜਾ ਸਾਰ। ਇਸ ਕਰਕੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਬਾਣੀ ਅੰਦਰ, ਜਹਾਂ ਗਿਆਨ ਤੈਂ ਧਰਮ ਹੈ। ਧਰਮ ਕਮਾਇਆ ਹੀ ਉੱਥੇ ਜਾਂਦਾ ਹੈ ਜਿੱਥੇ ਗਿਆਨ ਹੈ। ਗਿਆਨ ਦਾ ਅਰਥ ਜਿੱਥੇ ਮਨੁੱਖ ਨੇ ਉਸ ਚੰਗੇ ਉਪਦੇਸ਼ ਨੂੰ, ਚੰਗੀ ਵਿਚਾਰ ਨੂੰ, ਚੰਗੇ ਕਿਰਦਾਰ ਦੀ ਉੱਤਮ ਸਿੱਖਿਆ ਨੂੰ ਆਪਣੇ ਜੀਵਨ 'ਚ ਅਪਲਾਈ ਕਰ ਲਿਆ, ਤੋ ਧਰਮ ਆ ਗਿਆ ਜੀਵਨ ਅੰਦਰ, ਬੰਦਾ ਧਰਮੀ ਹੋ ਗਿਆ। ਭਗਤ ਜੀ ਦਾ ਇੱਕ ਸ਼ਬਦ ਉਹ ਕਹਿੰਦੇ ਨੇ, ਦੇਖੋ ਭਾਈ ਗਿਆਨ ਕੀ ਆਈ ਆਂਦੀ। ਮੇਰੇ ਜੀਵਨ ਅੰਦਰ ਨਾ ਗਿਆਨ ਦੀ ਹਨੇਰੀ ਝੁੱਲ ਗਈ ਹੈ, ਖਾਲੀ ਗੱਲਾਂ ਵਿੱਚ ਨਹੀਂ ਆਈ, ਖਾਲੀ ਦਿਮਾਗੀ ਪੱਧਰ ਤੇ ਮੈਨੂੰ ਅਪਲਾਈ ਕਰ ਲਿਆ। ਕੋਈ ਚੰਗੀ ਸਿੱਖਿਆ ਜਦੋਂ ਮੈਂ ਆਪਣੇ ਜੀਵਨ ਵਿੱਚ ਹੰਡਾਉਣੀ, ਕਮਾਉਣੀ, ਪ੍ਰੈਕਟਿਸ ਕਰਨੀ, ਉਹਦਾ ਅਭਿਆਸ ਕਰਨਾ, ਉਹੋ ਜਿਹਾ ਜੀਵਨ ਕਿਰਦਾਰ ਬਣਾਉਣ ਦੀ ਮੈਂ ਮਸ਼ੱਕਤ ਕਰਨੀ, ਮਿਹਨਤ ਕਰਨੀ ਆਰੰਭ ਕਰ ਦਿੱਤੀ ਨਾ, ਕਹਿੰਦੇ ਮੇਰੇ ਅੰਦਰ ਤਾਂ ਜਿਵੇਂ ਹਨੇਰੀ ਝੁੱਲ ਗਈ ਹੈ। ਹਨੇਰੀ ਵੀ ਐਸੀ ਜਿਸ ਨੇ ਮੇਰਾ ਝੂਠ ਦਾ ਬਣਿਆ ਸਾਰਾ ਹੀ ਛੱਪਰ ਤੋੜ ਕੇ ਥੱਲੇ ਸੁੱਟ ਦਿੱਤਾ। ਬੰਦਾ ਆਪਣੇ ਜੀਵਨ ਦੇ ਅੰਦਰ ਬੜੇ ਝੂਠ ਦੇ ਮਹਿਲ ਉਸਾਰਦਾ। ਜਿਹੋ ਜੀ ਜ਼ਿੰਦਗੀ ਦੀ ਅਸੀਂ ਬਣਤਰ ਬਣਾਈ ਰੱਖਦੇ ਹਾਂ, ਮਹਾਰਾਜ ਕਹਿੰਦੇ ਤੂੰ ਆਪਣੇ ਰਹਿਣ ਲਈ ਝੂਠ ਦਾ ਘਰ ਬਣਾ ਰੱਖਿਆ, ਇਹਨੂੰ ਢਾਉਣਾ ਬੜਾ ਜ਼ਰੂਰੀ ਹੈ, ਇਹਨੂੰ ਤੋੜਨਾ ਬੜਾ ਜ਼ਰੂਰੀ ਹੈ। ਸਤਿਗੁਰੂ ਬੜੀ ਪਿਆਰੀ ਵਿਆਖਿਆ ਕਰਦੇ, ਕਹਿੰਦੇ ਦੇਖੋ ਭਾਈ, ਇੱਕ ਅਵਸਥਾ, ਇੱਕ ਲੈਵਲ ਦੀ ਗੱਲ ਕਰਦੇ ਨੇ ਕਬੀਰ ਸਾਹਿਬ, ਗਿਆਨ ਕੀ ਆਈ ਆਂधी, ਗਿਆਨ ਦੀ ਹਨੇਰੀ ਝੁੱਲ ਗਈ ਹੈ, ਗਿਆਨ ਦੀ ਹਨੇਰੀ ਆਈ, ਤੂਫਾਨ ਆਇਆ ਮੇਰੇ ਜੀਵਨ ਅੰਦਰ, ਸਭੈ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਦੀ। ਭਰਮ ਨਿਕਲ ਗਿਆ, ਮਾਇਆ ਦਾ ਗਲਤ ਪਾਸੇ ਦੀ ਜਿਹੜੀ ਰੁਚੀ ਸੀ, ਜਿਹੜਾ ਰੁਝਾਨ ਸੀ, ਉਹ ਖਿੱਚ ਜਿਹੜੀ ਸੀ ਮਾੜੇ ਪਾਸੇ ਦੀ, ਉਹ ਮੁੱਕ ਗਈ। ਕਹਿੰਦੇ ਨੇ ਦੁਚਿੱਤੇ ਕੀ ਦੋਇ ਥੂਨ ਗਿਰਾਨੀ, ਮੋਹ ਬਰੇਡਾ ਟੂਟਾ। ਦੁਚਿੱਤਾਪਨ ਚਲਿਆ ਗਿਆ, ਮੋਹ ਚਲਿਆ ਗਿਆ। ਕਹਿਣ ਲੱਗੇ ਤ੍ਰਿਸ਼ਨਾ ਸ਼ਾਨ ਪਰੀ ਧਰੇ ਉੱਪਰ, ਦੁਰਮਤ ਭਾਂਡਾ ਫੁੱਟ। ਤ੍ਰਿਸ਼ਨਾ ਚਲੀ ਗਈ ਜੀਵਨ ਚੋਂ, ਦੁਰਮਤ ਭੈੜੀ ਮੱਤ ਨਿਕਲ ਗਈ ਅੰਦਰੋਂ। ਭੈੜੀ ਮੱਤ, ਮਾੜੇ ਪਾਸੇ ਦੀ ਵਿਚਾਰ ਹੀ ਗ੍ਰਹਿਣ ਕਰਨ ਵਾਲਾ ਜਿਹੜਾ ਅੰਦਰ ਸੁਭਾਅ ਅੰਦਰ ਜਿਹੜੀ ਲਗਨ ਲੱਗੀ ਹੋਈ ਸੀ, ਜਗਿਆਸਾ ਗਲਤ ਪਾਸੇ ਦੀ ਸੀ, ਉਹ ਵੀ ਮੁੱਕ ਗਈ।
ਤਿਸਨਾ ਸ਼ਾਨ ਪਰੀ ਧਰੂ ਪਰ ਦੁਰਮਤ ਭਾਂਡਾ ਫੂਟਾਂ ਦੀ ਪਾਸ਼ੈ ਜੋ ਜਲ ਬਰਖੈ ਤੇ ਤੇਰਾ ਜਨ ਪੀਨਾ। ਕਹਿ ਕਬੀਰ ਮਨ ਭਇਆ ਪ੍ਰਗਾਸਾ ਉਦੈ ਭਾਨ ਜਬ ਚੀਨਾ। ਕਹਿੰਦੇ ਹਨੇਰੀ ਤੋਂ ਬਾਅਦ ਜਿਵੇਂ ਮੀਂਹ ਨਹੀਂ ਆ ਜਾਂਦਾ, ਕਹਿਣ ਲੱਗੇ ਮੀਂਹ ਪੈਣ ਲੱਗ ਪਿਆ, ਭਾਵ ਰੱਬੀ ਗੁਣਾਂ ਦੀ ਵਰਖਾ ਹੋ ਗਈ ਹੈ ਜੀਵਨ ਦੇ ਅੰਦਰ। ਔਗਣ ਚਲੇ ਗਏ ਨੇ ਤੇ ਗੁਣ ਹੀ ਗੁਣ ਆ ਗਏ ਨੇ ਜੀਵਨ ਅੰਦਰ। ਔਗਣ ਜਾਣਗੇ ਤੇ ਗੁਣ ਆਉਣਗੇ ਨਾ। ਜਾਂ ਦਇਆ ਰਹਿ ਸਕਦੀ ਹੈ ਜੀਵਨ 'ਚ, ਜਾਂ ਕਠੋਰਤਾ ਰਹਿ ਸਕਦੀ ਹੈ। ਜਦੋਂ ਕਠੋਰਤਾ ਚਲੀ ਜਾਏ ਜੀਵਨ 'ਚੋਂ, ਫਿਰ ਦਇਆ, ਤਰਸ, ਪ੍ਰੇਮ ਭਾਵ ਇਹ ਗੁਣ ਆ ਕੇ ਜੀਵਨ ਦਾ ਹਿੱਸਾ ਬਣ ਜਾਂਦੇ ਨੇ। ਸਤਿਗੁਰੂ ਕਹਿਣ ਲੱਗੇ ਆਂਦੀ ਪਾਸ਼ਾ ਜੋ ਜਲ ਵਰਖੈ ਤੇ ਤੇਰਾ ਜਨ ਪੀਨਾ। ਹੁਣ ਮੈਂ ਇਹਨਾਂ ਗੁਣਾਂ ਦੀ ਵਰਖਾ 'ਚ ਭੇਜ ਰਿਹਾ, ਐਨ ਪੂਰੀ ਤਰ੍ਹਾਂ ਮੇਰਾ ਜੀਵਨ ਗੁਣਵਾਨ, ਗੁਣਾਂ ਵਾਲਾ ਬਣ ਰਿਹਾ, ਗੁਣਾਂ ਦਾ ਮੈਂ ਆਨੰਦ ਲੈ ਰਿਹਾ। ਕਹੇ ਕਬੀਰ ਮਨ ਭਇਆ ਪ੍ਰਗਾਸਾ। ਮਨ ਹੁਣ ਅਗਿਆਨਤਾ ਦੇ ਹਨੇਰੇ ਤੋਂ ਮੁਕਤ ਹੋ ਕੇ ਨਾ ਗਿਆਨ ਦੇ ਚਾਨਣ 'ਚ ਆ ਗਿਆ। ਉਦੈ ਭਾਨ ਜਬ ਚੀਨਾ। ਕਹਿਣ ਲੱਗੇ ਹੁਣ ਵਿਵੇਕ ਬੁੱਧੀ ਦਾ ਸੂਰਜ ਚੜਿਆ ਹੋਇਆ। ਵਿਵੇਕ ਬੁੱਧ, ਜਾਗਰਤ ਅਵਸਥਾ, ਸੁਚੇਤ ਅਵਸਥਾ, ਇਹ ਗੁਣ ਮੇਰੇ ਜੀਵਨ 'ਚ, ਇਹ ਸੂਰਜ ਚੜਿਆ ਪਿਆ ਮੇਰੀ ਜ਼ਿੰਦਗੀ ਦੇ ਅੰਦਰ। ਹੁਣ ਹਨੇਰਾ ਨਹੀਂ, ਬੇਸਮਝੀ ਅਗਿਆਨਤਾ ਨਹੀਂ, ਅਚੇਤਪੁਣਾ ਨਹੀਂ। ਚੰਗੇ ਪਾਸਿਓਂ ਹੁਣ ਮੈਂ ਅੱਖਾਂ ਬੰਦ ਨਹੀਂ ਕੀਤੀਆਂ, ਹੁਣ ਮੈਂ ਇਸ ਗਿਆਨ ਦੇ ਚਾਨਣ ਦਾ ਲਾਭ ਲੈ ਰਿਹਾ। ਤੋ ਕੁਝ ਐਸਾ ਜੀਵਨ ਦਾ ਪੱਧਰ ਜਿਹੜਾ, ਕੁਝ ਐਸੀ ਅਵਸਥਾ, ਐਸਾ ਮਾਨਸਿਕ ਆਤਮਿਕ ਲੈਵਲ ਜਿਹੜਾ ਉਹ ਬਿਆਨ ਕੀਤਾ ਭਗਤ ਕਬੀਰ ਸਾਹਿਬ ਨੇ। ਔਰ ਇਹ ਜਿੰਨੀ ਵੀ ਗੱਲ ਕੀਤੀ ਹੈ ਇਹ ਗਿਆਨ ਦੀ ਅਵਸਥਾ ਦੀ ਕੀਤੀ ਹੈ, ਵੀ ਗਿਆਨ ਦੀ ਅਵਸਥਾ ਕੀ ਹੁੰਦੀ, ਗਿਆਨ ਦਾ ਪੱਧਰ ਕਿਹੋ ਜਿਹਾ ਹੁੰਦਾ, ਗਿਆਨੀ ਮਨੁੱਖ ਦਾ ਜੀਵਨ ਕਿਹੋ ਜਿਹਾ ਹੁੰਦਾ, ਉਹਦੇ 'ਚ ਕਿਹੜੇ ਗੁਣ ਹੁੰਦੇ ਨੇ, ਕਿਹੜੇ ਔਗਣਾਂ ਤੋਂ ਮੁਕਤ ਹੁੰਦਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦਿਆਂ ਹੋਏ ਆਖਦੇ ਨੇ ਇਹ ਹੈ ਗਿਆਨ ਦੀ ਅਵਸਥਾ। ਗਿਆਨ ਖੰਡ ਕਾ ਆਖੋ ਕਰਮ ਹੈ ਭਾਈ। ਹੁਣ ਤੁਸੀਂ ਗਿਆਨ ਖੰਡ ਦਾ ਜਿਹੜਾ ਅਧਿਆਇ ਹੈ, ਇਹਦੇ ਵਿੱਚ ਜਿਹੜਾ ਕਰਮ ਹੁੰਦਾ ਹੈ, ਜਿਹੜਾ ਕਰਤੱਵ ਬਣਦਾ ਹੈ ਮਨੁੱਖ ਦਾ, ਜੋ ਜੀਵਨ ਹੁੰਦਾ ਹੈ ਜਾਂ ਜੋ ਮਹਿਸੂਸ ਕਰਦਾ ਹੈ ਮਨੁੱਖ, ਹੁਣ ਉਸ ਗੱਲ ਦਾ ਮੈਂ ਵਰਣਨ ਤੁਸੀਂ ਕਰੋ, ਉਸ ਗੱਲ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ। ਅੱਗੇ ਜਿੰਨੀਆਂ ਵੀ ਪੰਕਤੀਆਂ ਹਨ ਇਸ ਪੌੜੀ ਦੀਆਂ, 35 ਨੰਬਰ ਪੌੜੀ ਦੀਆਂ, ਇਸ ਵਿੱਚ ਗੁਰੂ ਮਹਾਰਾਜ ਨੇ ਜ਼ਿਕਰ ਕੀਤਾ ਹੈ ਕਿ ਅਕਾਲ ਪੁਰਖ ਦੀ ਬਣਾਈ ਹੋਈ ਹੈ ਜਿਹੜੀ ਕੁਦਰਤ ਹੈ ਇਹ ਬੜੀ ਵਿਸ਼ਾਲ ਹੈ। ਕਈ ਵਾਰ ਅਸੀਂ ਸੋਚਦੇ ਹਾਂ ਇਸ ਬਾਣੀ ਦੀ ਇਹਨਾਂ ਪੰਕਤੀਆਂ ਨੂੰ ਪੜ੍ਹਦਿਆਂ ਹੋਇਆਂ, ਜਦੋਂ ਸਤਿਗੁਰੂ ਜੀ ਗਿਆਨ ਖੰਡ ਦੀ ਗੱਲ ਕਰਦੇ ਨੇ ਫਿਰ ਅੱਗੇ ਇਹਨਾਂ ਪੰਕਤੀਆਂ ਦਾ ਜ਼ਿਕਰ ਆਉਂਦਾ ਹੈ ਜਿਸ ਵਿੱਚ ਬਾਰ-ਬਾਰ ਇੱਕ ਸ਼ਬਦ ਕੇਤੇ ਔਰ ਕੇਤੀਆ ਇਹ ਸ਼ਬਦ ਵਰਤੇ ਗਏ ਨੇ। ਕੇਤੇ ਦਾ ਅਰਥ ਹੁੰਦਾ ਹੈ ਅਣਗਿਣਤ, ਕਿੰਨੇ ਹੀ, ਜਿਨ੍ਹਾਂ ਦੀ ਗਿਣਤੀ ਕੋਈ ਨਹੀਂ, ਜਿਹੜੇ ਗਿਣਤੀ ਤੋਂ, ਹਿੰਦਸਿਆਂ ਤੋਂ, ਕਥਨ ਤੋਂ, ਵਰਣਨ ਕਰਨ ਤੋਂ, ਬਿਆਨ ਕਰਨ ਤੋਂ ਬਾਹਰੀ ਚੀਜ਼ ਉਹ ਕੇਤੇ। ਕਿੰਨਾ ਕੁਝ ਹੈ ਅਕਾਲ ਪੁਰਖ ਦੀ ਕੁਦਰਤ ਅੰਦਰ, ਭਾਵੇਂ ਉਹ ਹਵਾ ਹੈ, ਉਹਨੂੰ ਮਾਪਿਆ ਤੋਲਿਆ ਨਹੀਂ ਜਾ ਸਕਦਾ। ਸਾਇੰਸ ਨੇ ਕਿੰਨੇ ਪ੍ਰਕਾਰ ਦੀ, ਹਵਾ ਦੀਆਂ ਵੀ ਅੱਗੇ ਕਿੰਨੀਆਂ ਕੈਟਾਗਰੀਆਂ ਬਿਆਨ ਕਰੇ, ਇੰਨੇ ਕਿਸਮ ਦੀਆਂ ਗੈਸਾਂ ਨੇ। ਪਾਣੀ ਦੀ ਗੱਲ ਹੈ, ਅਗਨੀ ਦੀ ਗੱਲ ਹੈ, ਇੱਕ ਅੱਗ ਸਾਡੇ ਸਰੀਰ ਦੇ ਵਿੱਚ ਟੈਂਪਰੇਚਰ ਦੇ ਰੂਪ ਵਿੱਚ, ਜਵਾਲਾਮੁਖੀ ਦੇ ਰੂਪ ਵਿੱਚ, ਲੱਕੜ ਦੇ ਵਿੱਚ ਅੱਗ ਦੀ ਕੁਝ ਮਾਤਰਾ ਹੈ। ਕਹਿਣ ਤੋਂ ਮੁਰਾਦ ਅਣਗਿਣਤ ਕਿਸਮ ਦੀਆਂ ਜੋ ਕੁਦਰਤ ਦੇ ਅੰਦਰ ਅੱਗ ਭਿੰਨ ਰੂਪ ਦੇ ਵਿੱਚ ਟੈਂਪਰੇਚਰ, ਤਪਸ਼ ਕੰਮ ਕਰ ਰਹੀ ਹੈ, ਹਵਾ ਕੰਮ ਕਰ ਰਹੀ ਹੈ, ਪਾਣੀ ਕੰਮ ਕਰ ਰਿਹਾ ਅਣਗਿਣਤ ਰੂਪਾਂ ਦੇ ਅੰਦਰ। ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ ਕੁਦਰਤ ਦੀ ਵਿਸ਼ਾਲਤਾ, ਅਨੇਕ ਭਾਂਤੀ ਇਹ ਪਸਾਰਾ ਜਿਹੜਾ ਹੈ ਕੁਦਰਤ ਦਾ, ਇਸ ਨੂੰ ਕਦੇ ਮਹਿਸੂਸ ਕਰਕੇ ਵੇਖੋ ਵੀ ਅਕਾਲ ਪੁਰਖ ਨੇ ਕਿੰਨਾ ਵਿਸਮਾਦੀ, ਕਿੰਨਾ ਆਸ਼ਚਰਜਮਈ, ਕਿੰਨਾ ਭਾਂਤ ਸੁਭਾਂਤਾ, ਰੰਗੀ ਰੰਗੀ ਭਾਂਤੀ ਕਰ ਜਿਨਸੀ ਮਾਇਆ ਜਿਨਿਉ ਪਾਈ, ਇਸ ਸੰਸਾਰ ਦਾ ਪਸਾਰਾ ਪੈਦਾ ਕੀਤਾ। ਪਹਿਲੀ ਗੱਲ ਸੰਖੇਪ ਵਿੱਚ ਸਮਝ ਲਈਏ, ਅਗਲੇਰੀਆਂ ਸਾਰੀਆਂ ਹੀ ਪੰਕਤੀਆਂ ਦੇ ਵਿੱਚ ਇਹਨਾਂ ਗੱਲਾਂ ਦਾ ਜ਼ਿਕਰ ਹੈ ਵੀ ਆ ਵੀ ਬਹੁਤ ਅਣਗਿਣਤ, ਇਸ ਪਾਸੇ ਵੱਲ ਝਾਤ ਮਾਰੋ ਤੇ ਅਣਗਿਣਤ, ਇਸ ਪਾਸੇ ਵੱਲ ਝਾਤ ਮਾਰੋ ਤੇ ਅੰਤ ਕੋਈ ਨਹੀਂ। ਕੁਦਰਤ ਦੀ ਬੇਅੰਤਤਾਈ ਦਾ ਜ਼ਿਕਰ ਕੀਤਾ, ਕੁਦਰਤ ਦੀ ਵਿਸ਼ਾਲਤਾ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਖੇਪ ਸ਼ਬਦਾਂ ਦੇ ਅੰਦਰ, ਸੰਖੇਪ ਜਿਹੀਆਂ ਪੰਕਤੀਆਂ ਦੇ ਵਿੱਚ ਜ਼ਿਕਰ ਕਰ ਦਿੱਤਾ। ਇਹ ਕਿਉਂ ਹੈ, ਇਸ ਦਾ ਭਾਵ ਸਮਝੀਏ। ਸਤਿਗੁਰੂ ਆਖਦੇ ਨੇ ਜਦੋਂ ਸਾਨੂੰ ਧਰਮ ਦੀ ਸੋਝੀ ਹੁੰਦੀ ਏ, ਪਹਿਲੀ 34 ਨੰਬਰ ਪੌੜੀ, ਜਦੋਂ ਸਾਨੂੰ ਧਰਮ ਦੀ ਸੋਝੀ ਆ ਜਾਏ ਫਿਰ ਸਾਡੇ ਅੰਦਰ ਵਿਸ਼ਾਲਤਾ ਆ ਜਾਂਦੀ ਹੈ। ਗਿਆਨ ਦਾ ਅਰਥ ਇਸ ਜਗ੍ਹਾ ਦੇ ਉੱਤੇ ਹੈ ਸ਼ੁਭ ਗੁਣਾਂ ਨੂੰ ਹੰਡਾਉਣਾ, ਸਚਾਈ ਨੂੰ ਜੀਣਾ, ਗੁਰੂ ਉਪਦੇਸ਼ ਦੀ ਕਮਾਈ ਕਰਨੀ, ਰੱਬੀ ਹੁਕਮ ਨੂੰ ਆਪਣੇ ਜੀਵਨ ਦੇ ਅੰਦਰ ਅਪਲਾਈ ਕਰ ਲੈਣਾ, ਉਸ ਦੀ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰਨੀ। ਇਹਦੇ ਨਾਲ ਸਾਡੀ ਤੰਗ ਦਿਲੀ ਨਿਕਲ ਜਾਂਦੀ ਹੈ। ਗਿਆਨ ਖੰਡ ਵਿੱਚ ਇਹ ਦੱਸਿਆ ਵੀ ਅਸੀਂ ਤੰਗ ਦਿਲ ਨਹੀਂ ਰਹਿ ਜਾਂਦੇ। ਤੰਗ ਦਿਲ ਦਾ ਅਰਥ ਹੁੰਦਾ ਹੈ ਜਿੰਨਾ ਮੈਨੂੰ ਪਤਾ ਹੈ ਬਸ ਮੈਂ ਕਹਿ ਦਿਆਂ ਵੀ ਇਹਦੇ ਤੋਂ ਅੱਗੇ ਕੁਝ ਨਹੀਂ। ਜਿੱਥੇ ਜਿਹੋ ਜੇ ਮੈਂ ਕੰਮ ਕਰ ਰਿਹਾ ਮੈਂ ਆਖਾਂ ਵੀ ਬਸ ਤੰਗ ਦਿਲੀ ਆ ਗਈ। ਤੰਗ ਦਿਲੀ ਕੀ ਹੁੰਦੀ ਏ, ਇਹਦਾ ਮੈਂ ਇੱਕ ਛੋਟਾ ਜਿਹਾ ਆਪ ਜੀ ਦੇ ਸਾਹਮਣੇ ਜ਼ਿਕਰ ਜ਼ਰੂਰ ਕਰਨਾ। ਜਿਵੇਂ ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਦੇ ਅੰਦਰ ਬੜਾ ਪਿਆਰਾ ਉਪਦੇਸ਼ ਦਿੰਦਿਆਂ ਕਿਹਾ, ਉਹਨੇ ਇੱਕ ਉਦਾਹਰਣ ਬੜੀ ਬਾ ਕਮਾਲ ਦਿੱਤੀ ਹੈ। ਉਹ ਕਹਿੰਦੇ ਤੁਸੀਂ ਕਦੇ ਦੇਖਿਆ ਖੂਹ ਦੇ ਵਿੱਚ ਰਹਿਣ ਵਾਲੇ ਡੱਡੂ? ਹੁਣ ਖੂਹ ਦੇ ਵਿੱਚ ਡੱਡੂ ਜਿਹੜਾ ਹੈ ਉਹ ਸੋਚਦਾ ਵੀ ਆਹ ਇੰਨੀ ਕੁ ਦੁਨੀਆ, ਜਿੰਨੇ ਬਾਈ ਜਿੰਨੇ ਦਾ, ਜਿੰਨੇ ਫੁੱਟ ਲੰਬਾਈ ਚੌੜਾਈ ਤੇ ਉਹਦੀ ਗੁਲਾਈ ਦੇ ਹਿਸਾਬ ਦੇ ਨਾਲ ਜਿੱਡਾ ਕੁ ਖੂਹ ਹੈ ਉਹਦੇ ਵਿੱਚ ਰਹਿਣ ਵਾਲਾ ਡੱਡੂ। ਹੁਣ ਉਹਨੇ ਬਾਹਰ ਦੀ ਦੁਨੀਆ ਕਦੇ ਵੇਖੀ ਨਹੀਂ। ਖੂਹ ਤੋਂ ਬਾਹਰ ਉਹ ਆਏ ਤੇ ਉਹਨੂੰ ਪਤਾ ਲੱਗੇ ਨਾ ਵੀ ਦੁਨੀਆ ਤਾਂ ਬੜੀ ਬਈ ਵੱਡੀ ਹੈ, ਬੜੀ ਵਿਸ਼ਾਲ ਹੈ, ਧਰਤੀ ਬੜੀ ਵੱਡੀ ਹੈ। ਇਹ ਖੂਹ ਤਾਂ ਕੱਖ ਵੀ ਨਹੀਂ ਸਾਰੀ ਕੁਦਰਤ ਦੇ ਅੰਦਰ। ਇਹ ਸਾਰੀ ਧਰਤੀ ਦਾ ਇੱਕ ਬੜਾ ਹੀ ਸੂਖਮ ਜਿਹਾ ਹਿੱਸਾ ਜਿਹੜਾ ਕਿਸੇ ਨਕਸ਼ੇ ਵਿੱਚ ਵੀ ਨਹੀਂ ਆਉਣਾ। ਪਰ ਕਿਉਂਕਿ ਉਹ ਰਹਿੰਦਾ ਹੀ ਖੂਹ ਦੇ ਵਿੱਚ, ਉਹਨੇ ਬਾਹਰ ਕਦੇ ਦੇਖੀ ਨਹੀਂ ਝਾਤ ਪਾ ਕੇ, ਇਸ ਕਰਕੇ ਉਹ ਖੂਹ ਨੂੰ ਹੀ ਆਪਣੀ ਸਾਰੀ ਦੁਨੀਆ ਮੰਨਦਾ। ਉਹ ਕਹਿੰਦੇ ਵਾਹ ਵਾਹ ਵਾਹ,
ਇੰਨੀ ਕੁ ਦੁਨੀਆ ਹੈ, ਐਡਾ ਕੁ ਸੰਸਾਰ ਹੈ, ਐਡਾ ਕੀ ਸਾਰਾ ਕੁਝ ਹੈ। ਉਹਦਾ ਸੰਸਾਰ ਓਨਾ ਕੀ ਹੈ ਜਿੰਨੇ ਕੁ ਦਾਇਰੇ ਵਿੱਚ ਉਹ ਵਿਚਰਦਾ ਹੈ। ਸਤਿਗੁਰੂ ਮਨੁੱਖ ਦੀ ਅਵਸਥਾ ਬਾਰੇ ਬਿਆਨ ਕਰਦੇ ਨੇ ਵੀ ਉਹਦੀ ਦੁਨੀਆ ਉਨੀ ਕੀ ਏ ਜਿੰਨੀ ਕੁ ਦੁਨੀਆ ਦੇ ਅੰਦਰ ਉਹ ਵਿਚਰ ਰਿਹਾ ਹੈ। ਜਿੰਨੀ ਕੁ ਮੈਨੂੰ ਸੋਝੀਏ ਬਸ ਮੇਰਾ ਸੰਸਾਰ ਉੱਡਾ ਕੇ, ਕਿਸੇ ਦਾ ਸੰਸਾਰ ਵੱਡਾ ਹੋ ਸਕਦਾ, ਕਿਸੇ ਦਾ ਸੰਸਾਰ ਛੋਟਾ ਹੋ ਸਕਦਾ। ਕੋਈ ਇਹਨਾਂ ਅੱਖਾਂ ਦੇ ਨਾਲ ਸੰਸਾਰ ਨੂੰ ਵੇਖਦਾ। ਵੈਸੇ ਮੈਂ ਇੱਕ ਬੇਨਤੀ ਕਰਦੇ ਹਾਂ, ਅਸੀਂ ਜਦੋਂ ਦੁਨੀਆ ਨੂੰ ਵੇਖਦੇ ਹਾਂ ਨਾ, ਇਹ ਅੱਖ ਤਾਂ ਕੇਵਲ ਰੂਪ ਰੰਗ ਬਣਾਵਟ ਹੀ ਵਿਖਾਉਂਦੀ ਹੈ, ਨਜ਼ਰੀਆ ਤਾਂ ਤੁਹਾਡੇ ਵਿਚਾਰ ਬਣਾਉਂਦੇ ਨੇ। ਕਿਸੇ ਬੰਦੇ ਨੂੰ ਵੇਖਦੇ ਹਾਂ ਸਾਡਾ ਹੁੰਦਾ ਇਹ ਤੇ ਸਾਡਾ ਦੁਸ਼ਮਣ ਹੈ। ਹੁਣ ਅੱਖਾਂ ਤੇ ਨਹੀਂ ਦੱਸਦੀਆਂ ਨਾ ਦੁਸ਼ਮਣ ਕਿਵੇਂ, ਉਹ ਤਾਂ ਹੱਡ ਮਾਸ ਦਾ ਪੁਤਲਾ ਹੀ ਤੁਹਾਨੂੰ ਬੰਦਾ ਹੀ ਵਿਖਾ ਰਹੀਆਂ ਜਿਹੋ ਜਿਹੇ ਦੂਜੇ ਬੰਦੇ। ਇਹ ਨਿਰਣਾ ਕਿਹਨੇ ਕੀਤਾ? ਤੁਹਾਡੇ ਅੰਦਰ ਦੇ ਬਣੇ ਹੋਏ ਖਿਆਲਾਂ ਨੇ। ਤੁਹਾਨੂੰ ਵੇਖਣ ਦੀ ਜੁਗਤ ਅੱਖਾਂ ਦ੍ਰਿਸ਼ ਵਿਖਾਉਂਦੀਆਂ ਨੇ, ਅੱਖਾਂ ਕੇਵਲ ਪਿਕਚਰ ਵਿਖਾਉਂਦੀਆਂ ਨੇ, ਤਸਵੀਰਾਂ ਵਿਖਾਉਂਦੀਆਂ ਨੇ। ਬਾਹਰ ਦਾ ਦ੍ਰਿਸ਼ ਕੇਵਲ ਤੁਹਾਨੂੰ ਮਹਿਸੂਸ ਕਰਾਉਂਦੀਆਂ ਨੇ। ਕਿਹੜੀ ਚੀਜ਼ ਨੂੰ ਤੁਸੀਂ ਕੀ ਸਮਝਣਾ ਇਹ ਤਾਂ ਤੁਹਾਡੇ ਖਿਆਲਾਂ ਦੇ ਉੱਤੇ ਟਿਕੀ ਹੋਈ ਹੈ ਗੱਲ। ਜਿਹੋ ਜਿਹੇ ਤੁਹਾਡੇ ਖਿਆਲ ਨੇ ਬਸ ਉਹੋ ਜਿਹਾ ਤੁਹਾਨੂੰ ਨਜ਼ਰ ਆਏਗਾ, ਉਹੋ ਜਿਹਾ ਹੀ ਨਜ਼ਰ ਆਏਗਾ। ਤਾਂ ਜਿਹੋ ਜਿਹੀ ਮਨੁੱਖ ਦੀ ਦ੍ਰਿਸ਼ਟੀ ਹੈ ਉਹੋ ਜਿਹੀ ਸ੍ਰਿਸ਼ਟੀ ਹੈ, ਜਿਹੋ ਜਿਹਾ ਮਨੁੱਖ ਦਾ ਖਿਆਲ ਹੈ ਉਹੋ ਜਿਹਾ ਸੰਸਾਰ ਹੈ। ਕਿਸੇ ਨੂੰ ਸੰਸਾਰ ਜ਼ਹਿਰ ਨਜ਼ਰ ਆਉਂਦਾ, ਕਿਸੇ ਨੂੰ ਦੁੱਖਾਂ ਦਾ ਘਰ ਨਜ਼ਰ ਆਉਂਦਾ, ਕੋਈ ਇਹਨੂੰ ਰੱਬ ਦੀ ਦਾਤ ਸਮਝਦਾ। ਤਾਂ ਆਪਣਾ ਆਪਣਾ ਨਜ਼ਰੀਆ ਹੈ ਦੇਖਣ ਦਾ, ਇਹ ਆਪਣੇ ਆਪਣੇ ਐਂਗਲ ਨੇ, ਪੱਖ ਨੇ ਸੰਸਾਰ ਨੂੰ ਤੱਕਣ ਦੇ। ਹੁਣ ਗੌਰ ਕਰਿਓ ਇਸ ਗੱਲ ਵੱਲ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦਿਆਂ ਕਹਿੰਦੇ ਨੇ, ਕਹਿਣ ਲੱਗੇ ਵੀ ਇਹ ਸਾਡਾ ਨਜ਼ਰੀਆ, ਅਸੀਂ ਜਿਸ ਤਰੀਕੇ ਨਾਲ ਜਗਤ ਨੂੰ, ਸੰਸਾਰ ਨੂੰ ਵੇਖ ਰਹੇ ਹਾਂ। ਖੈਰ ਉਹਨਾਂ ਨੂੰ ਉਨੀ ਕੀ ਦੁਨੀਆ ਵਿੱਚ ਉਹ ਵਿਚਰਦੇ, ਉਨੀ ਕੀ ਉਹਨੇ ਕੋਲ ਥਾਂ ਹੈ ਜੀਉਣ ਲਈ, ਰਹਿਣ ਲਈ। ਤੇ ਉਹ ਕਹਿੰਦੇ ਇੰਨੀ ਦੁਨੀਆ ਕੂਪ ਭਰਿਓ, ਕੂਪ ਕਹਿੰਦੇ ਖੂਹ ਨੂੰ, ਭਰਿਓ ਮਤਲਬ ਭਰਿਆ ਪਿਆ, ਜੈਸੇ ਦਾਦਰਾ, ਦਾਦਰ ਕਹਿੰਦੇ ਨੇ ਡੱਡੂ ਨੂੰ। ਕਛ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਵਿਖਿਆ ਬਿਮੋਇਆ। ਹੇ ਅਕਾਲ ਪੁਰਖ, ਇਸੇ ਤਰ੍ਹਾਂ ਹੀ ਜਿਵੇਂ ਉਹਨਾਂ ਨੂੰ ਖੂਹ ਤੋਂ ਬਾਹਰ ਦੀ ਵਿਸ਼ਾਲਤਾ ਬਾਰੇ ਕੋਈ ਗਿਆਨ ਨਹੀਂ, ਕੁਦਰਤ ਬਾਰੇ ਕੋਈ ਸੋਝੀ ਨਹੀਂ, ਉਹਨਾਂ ਕੁ ਖੂਹ ਹੀ ਉਹਨਾਂ ਵਾਸਤੇ ਸਾਰਾ ਕੁਝ ਹੈ, ਸੰਸਾਰ ਹੈ, ਦੁਨੀਆ ਹੈ। ਇਸੇ ਤਰ੍ਹਾਂ ਮੇਰਾ ਮਨ ਵਿਖਿਆ, ਵਿਕਾਰਾਂ, ਮਾਇਆ ਦੇ ਵਿਕਾਰਾਂ ਵਿੱਚ ਜੁੜਿਆ ਪਿਆ, ਬਿਮੋਇਆ ਪਿਆ, ਖਚਤ ਹੋਇਆ ਪਿਆ। ਕਸ਼ਾਰਾ ਪਾਰ ਨਾ ਸੂਝ, ਕਾਮੀ ਨੂੰ ਕਾਮ ਤੋਂ ਅੱਗੇ ਕੁਝ ਨਹੀਂ ਦਿਸਦਾ, ਕ੍ਰੋਧੀ ਨੂੰ ਕ੍ਰੋਧ ਤੋਂ ਅੱਗੇ ਕੁਝ ਨਹੀਂ ਦਿਸਦਾ। ਹਉਮੈ ਗ੍ਰਸਤ ਆਦਮੀ ਲਈ ਹਉਮੈ ਹੀ ਸੰਸਾਰ ਤੇ ਜ਼ਿੰਦਗੀ ਹੈ। ਲੋਭ ਵਸ ਹੋਏ ਲਈ ਸਾਰਾ ਕੁਝ ਪਦਾਰਥ ਹੀ ਸੰਸਾਰ ਹੈ। ਮਨੁੱਖ ਦੀ ਕੋਈ ਅਹਿਮੀਅਤ ਨਹੀਂ ਹੈ, ਦਾਇਰੇ ਵਿੱਚ ਵੱਜ ਗਿਆ, ਤੰਗ ਦਿਲੀ ਆ ਗਈ। ਇਸ ਕਰਕੇ ਸਤਿਗੁਰੂ ਆਖਦੇ, ਹੁਣ ਦੇਖੋ ਕੋਈ ਬੰਦਾ ਸੰਸਾਰ ਦੇ ਅੰਦਰ ਚਸਕੇ ਭੋਗਦਾ, ਵਿਕਾਰ ਕਮਾਉਂਦਾ, ਉਹਨੂੰ ਪਰਿਵਾਰ ਵਾਲੇ ਸਮਝਾਉਂਦੇ ਨੇ ਤੂੰ ਵਿਆਹਿਆ ਵਰਿਆ ਹੈ, ਬਾਲ ਬੱਚੇਦਾਰ ਹੈ, ਜ਼ਿੰਮੇਵਾਰ ਹੈ, ਇੱਕ ਸਮਾਜ ਵਿੱਚ ਅਸੀਂ ਰਹਿੰਦੇ ਹਾਂ, ਤੈਨੂੰ ਇਹੋ ਜਿਹੀਆਂ ਬਦਕਾਰੀਆਂ ਚੰਗੀਆਂ ਨਹੀਂ, ਇਹ ਕੰਮ ਤੈਨੂੰ ਛੱਡ ਦੇਣਾ ਚਾਹੀਦਾ। ਕਾਮ ਦੇ ਚਸਕੇ ਤਿਆਗ ਦੇ, ਆਪਣੇ ਪਰਿਵਾਰ 'ਚ ਖੁਸ਼ ਰਹਿਣਾ ਸਿੱਖ। ਪਰ ਬੰਦਾ ਹੁਣ ਚਸਕੇ ਦੇ ਵਿੱਚ ਗੁਆਚੇ, ਤੰਗ ਦੇ ਲਿਓ ਉਹਨੂੰ ਆਪਣੇ ਚਸਕੇ ਤੱਕ। ਇੱਕ ਨਸ਼ੇੜੀ ਦੀ ਅਵਸਥਾ ਤੁਸੀਂ ਦੇਖੋ, ਮਿਹਨਤ ਨਾਲ ਕਮਾਏ 4 ਪੈਸੇ, ਉਹਦੇ ਵਿੱਚੋਂ ਵੀ 3 ਹਿੱਸੇ ਉਹ ਆਪਣੇ ਨਸ਼ੇ ਤੇ ਸ਼ਾਮ ਨੂੰ ਖਰਚ ਕਰ ਦਿੰਦਾ। ਬੱਚੇ ਸਕੂਲ ਜਾਣੋਂ ਰਹਿ ਜਾਂਦੇ ਨੇ, ਘਰ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਬੱਚੇ ਫਟੇ ਪੁਰਾਣੇ ਕੱਪੜੇ ਪਾ ਕੇ ਜਾਂਦੇ ਨੇ, ਰਿਸ਼ਤੇਦਾਰਾਂ ਕੋਲੋਂ ਮੰਗ ਕੇ ਸਾਰਦੇ ਨੇ, ਪਤਨੀ ਅਲੱਗ ਦੁਖੀ ਏ, ਘਰ ਦੇ ਅੰਦਰ ਕਲੇਸ਼ ਪੈਂਦਾ, ਲੜਾਈ ਹੁੰਦੀ ਏ, ਮਾਰ ਕੁਟਾਈ, ਰੌਲਾ ਰੱਪਾ, ਕਿੰਨਾ ਕੁਝ। ਸਿਹਤ ਖਰਾਬ ਹੋਈ ਆਪਣੀ ਵੀ, ਪਰਿਵਾਰ ਦਾ ਜੀਵਨ ਵੀ ਤਬਾਹ ਹੋਇਆ। ਉਹਨੂੰ ਰਿਸ਼ਤੇਦਾਰ ਸਮਝਾਉਂਦੇ ਨੇ, ਬੱਚੇ ਸਮਝਾਉਂਦੇ ਨੇ, ਪਤਨੀ ਸਮਝਾਉਂਦੀ ਏ, ਹੋਰ ਸਿਆਣੇ ਬੰਦੇ ਸਮਝਾਉਂਦੇ, ਦੇਖ ਤੇਰਾ ਇਹ ਇੱਕ ਕੰਮ ਸਾਰੇ ਪਰਿਵਾਰ ਨੂੰ ਕਿੰਨਾ ਦੁਖੀ ਕਰਦਾ, ਤੂੰ ਇਹਨੂੰ ਛੱਡ ਕੇ, ਉਹਨੂੰ ਜਿਹੜੀ ਚੀਜ਼ ਦੁਖੀ ਕਰੇ, ਜੀਵਨ ਹੀ ਤਬਾਹ ਕਰੇ, ਉਹਦਾ ਲਾਭ ਹੀ ਕਿ ਉਹਨੂੰ ਛੱਡ ਦੇਣਾ ਚਾਹੀਦਾ। ਭਾਵੇਂ ਹਾਂ ਕਰ ਦੇਵੇ ਪਰ ਮੰਨਦਾ ਨਹੀਂ। ਕਈ ਵਾਰ ਐਸਾ ਵੀ ਹੁੰਦਾ, ਉਹ ਫਿਰ ਉਸੇ ਸਮੇਂ ਦੇ ਉੱਤੇ ਫਿਰ ਉਸੇ ਤਰ੍ਹਾਂ ਹੀ ਕਰਦਾ, ਨਸ਼ਾ ਵੀ ਕਰਦਾ, ਸਾਰਾ ਕੁਝ ਕਰਦਾ, ਉਹੋ ਹੀ ਰੌਲਾ ਰੱਪਾ, ਉਹੋ ਹੀ ਸਾਰਾ ਕੁਝ ਪਰੇਸ਼ਾਨੀਆਂ। ਹੁਣ ਕਦੇ ਬੰਦਾ ਸੋਚਦਾ ਵੀ ਹੱਦ ਹੋ ਗਈ, ਇਹਨੂੰ ਇੰਨੀ ਵਾਰ ਸਮਝਾਇਆ, ਇੰਨਾ ਇਹਨੂੰ ਦੱਸਿਆ, ਫਿਰ ਵੀ ਇਹਨੂੰ ਕੋਈ ਪਤਾ ਨਹੀਂ ਲੱਗਦਾ, ਸਮਝ ਨਹੀਂ ਆਉਂਦੀ। ਉਹਦੀ ਸੁਰਤ ਜਿਹੜੀ ਨੇ ਇੱਕ ਵਲਗਣ ਵਿੱਚ ਬੰਦ ਹੈ। ਉਹ ਖੂਹ ਦਾ ਡੱਡੂ ਬਸ ਉੱਥੇ ਕੀ ਮੋਇਆ ਗਿਆ, ਬਾਹਰ ਉਹ ਝਾਤ ਹੀ ਨਹੀਂ ਮਾਰਦਾ। ਉਹ ਜਿਵੇਂ ਆਪਣੇ ਚਸਕੇ ਨੂੰ ਮਹਿਸੂਸ ਕਰਦਾ ਹੈ ਨਾ, ਠੀਕ ਉਸੇ ਢੰਗ ਦੇ ਨਾਲ ਆਪਣੇ ਬੱਚਿਆਂ ਦੇ ਦੁੱਖ ਨੂੰ ਮਹਿਸੂਸ ਨਹੀਂ ਕਰਦਾ। ਜਿਸ ਦਿਨ ਉਹ ਮਹਿਸੂਸ ਕਰ ਗਿਆ ਨਾ, ਉਸ ਦਿਨ ਉਹਦੀ ਵਲਗਣ ਟੁੱਟ ਜਾਣੀ ਹੈ। ਫਰਕ ਕੇਵਲ ਇਹਨਾਂ, ਮਹਿਸੂਸ ਕਰ ਗਿਆ ਜਿਸ ਦਿਨ, ਫੀਲ ਹੋ ਗਿਆ ਜਿਸ ਦਿਨ, ਉਹਦੇ ਦਾਇਰੇ ਦੇ ਅੰਦਰ ਬੱਚਿਆਂ ਦਾ ਦੁੱਖ ਜਾ ਕੇ ਗੂੰਜ ਪਾ ਆਇਆ, ਘਰ ਦੀ ਪਰੇਸ਼ਾਨੀ ਨੇ ਉਹਨੂੰ ਅੰਦਰੋਂ ਤੋੜ ਸੁੱਟਿਆ, ਸ਼ਾਇਦ ਉਸ ਦਿਨ ਸੁਧਰ ਵੀ ਜਾਏ। ਪਰ ਹਾਲ ਦੀ ਘੜੀ ਤੇ ਉਹ ਖੂਹ ਦਾ ਡੱਡੂ ਹੈ, ਉਹਨੂੰ ਓਨਾ ਕੀ ਆਪਣਾ ਚਸਕਾ, ਆਪਣਾ ਸਵਾਦ, ਉਹ ਸ਼ਰਾਬ ਦੇ ਨਸ਼ੇ 'ਚ ਧੋ ਕੇ ਘੰਟਿਆਂ ਬੱਧੀ ਬੇਸੁਰਤ ਹੋਣਾ, ਅਜੇ ਤੱਕ ਤਾਂ ਉਹ ਸਵਾਦ, ਉਹ ਰਸ, ਉਹ ਚਸਕਾ ਹੀ ਲੱਗਾ ਹੋਇਆ ਖੂਹ ਦੇ ਡੱਡੂ ਵਾਂਗ। ਬੰਦਾ ਜ਼ੁਲਮ ਕਰਦਾ ਤੇ ਤੰਗ ਦੇ ਲਈ ਹੈ ਨਾ, ਕਿਸੇ ਦੀ ਦੌਲਤ ਖੋਹ ਲਈ, ਕਿਸੇ ਦਾ ਪੈਸਾ, ਕਿਸੇ ਦੀ ਰੋਟੀ, ਕੁਝ ਨਾ ਕੁਝ ਲੁੱਟ ਸੁੱਟ ਕਰਦਾ ਬੰਦਾ, ਬੇਈਮਾਨੀ, ਰਿਸ਼ਵਤ ਖੋਰੀ, ਕਿਉਂ ਜ਼ੁਲਮ ਕਰਦਾ, ਧੱਕਾ ਕਰਦਾ, ਦੂਸਰਿਆਂ ਦਾ ਕਤਲ ਕਰਦਾ। ਇਹ ਸਾਰੇ ਕੰਮ ਜਦੋਂ ਕਰਦਾ, ਕਿਉਂ? ਅੰਦਰ ਇੱਕ ਤੰਗ ਦਿਲੀ ਹੈ। ਆਪਣੇ ਦਰਦ ਨੂੰ ਦਰਦ ਸਮਝਦਾ, ਦੂਜੇ ਦੇ ਦਰਦ ਨੂੰ ਦਰਦ ਨਹੀਂ ਸਮਝਦਾ। ਤੰਗ ਦਿਲੀ ਹੀ ਤਾਂ ਹੈ। ਹੁਣ ਗੁਰੂ ਨੇ ਆਖਿਆ, ਜਿਸ ਦਿਨ ਮਨੁੱਖ ਦੇ ਅੰਦਰ ਦੀ ਤੰਗ ਦਿਲੀ ਟੁੱਟ ਜਾਏਗੀ, ਇਹ ਵਿਕਾਰਾਂ ਦੇ ਚਸਕੇ, ਬੁਰਾਈਆਂ ਭੋਗਣ ਦੇ ਸੁਭਾਅ ਤੋਂ ਵੀ ਮੁਕਤ ਹੋ ਜਾਏਗਾ, ਇਹ ਵਾਸ਼ਨਾਵਾਂ ਦੇ ਜਾਲ ਚੋਂ ਨਿਕਲ ਜਾਏਗਾ, ਇਹ ਮੰਦੇ ਕੰਮ ਕਰਨੇ ਛੱਡ ਦੇਗਾ,
ਇਹ ਜ਼ੁਲਮ ਸਿਤਮ ਧੱਕਾ ਇਹ ਸਾਰੇ ਔਗਣ ਇਹਦੇ ਜੀਵਨ ਚੋਂ ਚਲੇ ਜਾਣਗੇ ਜਿਸ ਦਿਨ ਇਹਦੀ ਤੰਗ ਦਿਲੀ ਮੁੱਕ ਜਾਏਗੀ। ਤੰਗ ਦਿਲੀ ਕੌਣ ਤੋੜੇਗਾ? ਤੰਗ ਦਿਲੀ ਤੋਂ ਬਾਹਰ ਆਉਣ ਦਾ ਨਾਂ ਹੀ ਵਿਸ਼ਾਲਤਾ ਹੈ, ਵੱਡੇ ਹੋਣਾ ਹੈ। ਵੱਡਪਣ ਪੈਸੇ ਕਰਕੇ ਹੀ ਨਹੀਂ ਹੁੰਦਾ, ਵੱਡਪਣ ਸਰੀਰ ਦੀ ਤਾਕਤ ਕਰਕੇ ਨਹੀਂ। ਵੱਡਪਣ ਜਿਹੜਾ ਹੈ ਉਹ ਚੰਗਾ ਖਾ, ਚੰਗਾ ਪਹਿਨ ਤੇ ਕੇਵਲ ਚੰਗਾ ਖਵਾ ਲੈਣ ਨਾਲ ਹੀ ਬੰਦਾ ਵੱਡਾ ਨਹੀਂ। ਇਹ ਦੁਨੀਆ ਨੂੰ ਭੁਲੇਖੇ ਨੇ। ਗੁਰੂ ਸਾਹਿਬ ਆਖਦੇ ਨੇ ਬੰਦੇ ਦਾ ਕਰਮ ਸੁਚੱਜਾ ਹੋਵੇ, ਇਸ ਤੋਂ ਵੱਡਾ ਵੱਡਪਣ ਕੋਈ ਨਹੀਂ, ਕੋਈ ਵੱਡਪਣ ਨਹੀਂ। ਅਸੀਂ ਤੇ ਵੱਡਪਣ ਨੂੰ ਪੈਸੇ ਨਾਲ ਤੋਲ ਲਿਆ, ਜੀ ਹਜ਼ੂਰੀਆਂ ਚਾਪਲੂਸੀਆਂ ਨਾਲ ਤੋਲ ਲਿਆ। ਇਸੇ ਕਰਕੇ ਤੇ ਦੁਨੀਆ ਦੇ ਅੰਦਰ ਚਾਪਲੂਸੀ ਕਰਵਾਉਣ ਵਾਲਿਆਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ ਤੇ ਚਾਪਲੂਸੀ ਕਰਨ ਵਾਲਿਆਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ ਜੋ ਸਵਾਰਥਵਸ ਕਰਦੇ ਨੇ। ਧਰਮ ਦੀ ਦੁਨੀਆ 'ਚ ਵੀ ਇਹ ਕੁਝ ਚੱਲ ਰਿਹਾ ਹੈ, ਸਮਾਜ ਵਿੱਚ ਵੀ ਚੱਲ ਰਿਹਾ ਹੈ, ਰਿਸ਼ਤੇਦਾਰੀਆਂ 'ਚ ਵੀ ਚੱਲ ਰਿਹਾ ਤੇ ਰਾਜਨੀਤੀ ਤਾਂ ਚੱਲ ਹੀ ਰਿਹਾ। ਤੇ ਚਾਪਲੂਸਾਂ ਦੀ ਕੋਈ ਗਿਣਤੀ ਤੇ ਨਹੀਂ, ਜਿਹੜੇ ਕਰਵਾ ਵੀ ਰਹੇ ਨੇ ਤੇ ਕਰ ਵੀ ਰਹੇ ਨੇ। ਤੁਸੀਂ ਦੇਖੋ ਧਰਮ ਦੀ ਦੁਨੀਆ ਅੰਦਰ ਵੀ ਬੰਦਿਆਂ ਦੀ ਕਿੱਡੀ ਵੱਡੀ ਪੱਧਰ ਤੇ ਚਾਪਲੂਸੀ ਹੁੰਦੀ ਹੈ, ਰਾਜਨੀਤੀ 'ਚ ਵੀ ਹੁੰਦੀ ਹੈ, ਸਮਾਜ ਵਿੱਚ ਵੀ ਹੁੰਦੀ ਹੈ। ਕੀ ਜ਼ਰੂਰਤ ਹੈ? ਕਿਉਂਕਿ ਮਨੁੱਖ ਨੇ ਵਡਿਆਈ ਕੇਵਲ ਬਾਹਰੋਂ ਆਰਟੀਫੀਸ਼ੀਅਲ ਜਈ, ਨਕਲੀ ਜਈ, ਬਣਾਵਟ ਵਾਲੀ ਇਸ ਇਹਨਾਂ ਚੀਜ਼ਾਂ ਨੂੰ ਵਡਿਆਈ ਸਮਝ ਲਿਆ। ਗੁਰੂ ਨੇ ਆਖਿਆ ਵਡਿਆਈ ਤੇ ਕਰਮ ਵਿੱਚ ਹੈ। ਵਡਿਆਈ ਤੇ ਹੈ ਮਨੁੱਖ ਤੇਰੇ ਸੁਭਾਅ 'ਚ ਹੋਣੀ ਚਾਹੀਦੀ ਹੈ, ਵਡਿਆਈ ਤਾਂ ਤੇਰੇ ਅੰਦਰ ਹੋਣੀ ਚਾਹੀਦੀ ਹੈ। ਉਹ ਵਡਿਆਈ ਜਿਸ ਦਾ ਤੂੰ ਅਹਿਸਾਸ ਕਰੇ ਤੇ ਕਦੇ ਤੰਗ ਦਿਲ ਨਾ ਹੋਵੇ, ਛੋਟਾ ਨਾ ਹੋਵੇ। ਤੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਤਾਈਓ ਕਹਿੰਦੇ ਨੇ ਫਿਰ ਉਹਨਾਂ ਦੀ ਤੰਗ ਦਿਲੀ ਜਦੋਂ ਮਿਟ ਜਾਂਦੀ ਏ। ਤੰਗ ਦਿਲੀ ਦਾ ਸੁਭਾਅ ਪਤਾ ਕੀ ਹੁੰਦਾ? ਹਉ ਸੂਰਾ ਪ੍ਰਧਾਨ ਹਉ ਕੋ ਨਾਹੀ ਮੁਝੈ ਸੁਮਾਨੀ, ਜੋ ਬਨਵੰਤ ਅਚਾਰ ਕੁਲੀਨਾ ਮਨ ਮੈਂ ਹੋਏ ਗੁਮਾਨੀ। ਕਹਾ ਨਰ ਗਰਬਸ ਥੋਰੀ ਬਾਤ, ਮਨ ਦਸ ਨਾਜ ਟਕਾ ਚਾਰ ਗਾਂਟੀ ਐਂਡੋ ਟੇਢੋ ਜਾਤ। ਬਹੁਤ ਪ੍ਰਤਾਪ ਗਾਉ ਸਿਉ ਪਾਏ 2 ਲੱਖ ਟਕਾ ਬਰਾਤ। ਦਿਵਸ ਚਾਰ ਕੀ ਕਰੋ ਸਾਹਿਬੀ ਜੈਸੇ ਬਨ ਹਰ ਪਾਤ। ਨਾ ਕੋਉ ਲੈ ਆਇਓ ਇਹ ਤਨ, ਨਾ ਕੋਉ ਲੈ ਜਾਤ। ਰਾਵਨ ਹੂੰ ਤੇ ਅਧਿਕ ਛਤਰਪਦ, ਖਿਨ ਮੈਂ ਗਏ ਬਿਲਾਤ। ਸਤਿਗੁਰੂ ਆਖਦੇ ਵੇਖ ਤੂੰ ਧਨੀ ਹੈ, ਅੱਜ ਤੂੰ ਅਮੀਰ ਹੈ, ਤੇਰੀ ਸਾਹਿਬੀ ਮਾਲਕੀ ਬਣੀ ਹੋਈ ਹੈ, 4 ਬੰਦੇ ਤੇਰੇ ਪਿੱਛੇ, ਇਹ ਸਾਰਾ ਕੁਝ ਦੁਨੀਆ ਦਾ ਤੈਨੂੰ ਮਿਲਿਆ ਹੈ। ਸਰੀਰ ਦੀ ਤਾਕਤ ਹੈ, 2-4 ਗੱਲਾਂ ਤੂੰ ਜਾਣਦਾ, ਥੋੜੀ ਚਤੁਰਾਈ ਚਲਾਕੀ ਤੇਰੇ ਕੋਲ, ਸਭ ਕੁਝ ਤੇਰੇ ਕੋਲ ਹੈ। ਤੂੰ ਕਿਸੇ ਨੂੰ ਅੱਜ ਜੀਣ ਨਹੀਂ ਦਿੰਦਾ, ਬੰਦਿਆਂ ਨੂੰ ਬੰਦੇ ਨਹੀਂ ਸਮਝਦਾ। ਪਰ ਇੱਕ ਖਿਆਲ ਕਰ ਲੈ, ਠੀਕ ਹੈ ਤੇਰੀ ਜ਼ਿੰਦਗੀ ਹੈ, ਤੂੰ ਜੀ ਰਿਹਾ ਹੈ, ਪਰ ਇੱਕ ਚੇਤਾ ਜ਼ਰੂਰ ਰੱਖੀ ਤੇਰੇ ਵਰਗੇ ਪਹਿਲਾਂ ਵੀ ਬੜੇ ਹੋ ਗੁਜ਼ਰੇ। ਸਮੇਂ ਨੇ ਸਾਰਿਆਂ ਨੂੰ ਮੌਕਾ ਦਿੱਤਾ, ਆਪਣੀ ਖੇਡ ਖੇਡ ਕੇ ਦੁਨੀਆ ਤੋਂ ਉਹ ਬੰਦੇ ਤੁਰ ਗਏ। ਅੱਜ ਉਹਨਾਂ ਦਾ ਨਾਮ ਵੀ ਕੋਈ ਨਹੀਂ ਲੈਂਦਾ। ਤੇ ਹੈ ਤੂੰ ਵੀ ਇਸੇ ਸਮੇਂ ਦੀ ਗਰਾਈ, ਤੈਨੂੰ ਵੀ ਸਮੇਂ ਨੇ ਹੰਢਾ ਲੈਣੇ, ਪਾਸ ਕਰ, ਤੂੰ ਵੀ ਖਤਮ ਹੋ ਜਾਏਗਾ ਇੱਕ ਦਿਨ, ਬੀਤੀ ਹੋਈ ਚੀਜ਼ ਬਣ ਜਾਏਗਾ। ਸਾਹ ਨਿਕਲੇ, ਗੱਲ ਖਤਮ ਹੋਈ। ਗੱਲ ਤਾਂ ਖੇਡ ਤਾਂ ਪਿਆਰਿਆ ਇੰਨੀ ਕਿ ਕਿਉਂ ਨਹੀਂ ਆਪਣੇ ਜੀਵਨ ਨੂੰ ਚੰਗੇ ਢੰਗ ਨਾਲ ਜੀਂਦਾ। ਘੱਟੋ ਘੱਟ ਜਿਹੜੇ ਦੂਜੇ ਜੀਵਨ ਜੀ ਰਹੇ ਨੇ, ਦੂਜਿਆਂ ਨੂੰ ਰੱਬ ਨੇ ਜਿਹੜੀ ਜ਼ਿੰਦਗੀ ਦਿੱਤੀ ਏ, ਚੱਲ ਉਹਨਾਂ ਦਾ ਥੋੜਾ ਜਿਹਾ ਜੀਣਾ ਤੇਰਾ ਕਰਕੇ ਹੋ ਸਕਦਾ ਥੋੜਾ ਸੌਖਾ ਹੋ ਜਾਏ, ਇੰਨੀ ਕੋਸ਼ਿਸ਼ ਤੇ ਕਰ। ਮਰਨਾ ਤੇ ਤੂੰ ਵੀ ਹੈ, ਮਰਨਾ ਉਹਨਾਂ ਨੇ ਵੀ ਹੈ, ਪਰ ਘੱਟੋ ਘੱਟ ਮੇਰੇ ਆਕੜ ਛੱਡਣ ਨਾਲ, ਮੇਰੀ ਹਉਮੈ, ਮੇਰੀ ਲੁੱਟ ਸੁੱਟ ਛੱਡਣ ਦੇ ਨਾਲ ਚਲੋ ਦੂਜੇ ਬੰਦੇ ਵੀ ਥੋੜਾ ਸੌਖਾ ਜੀਵਨ ਜੀ ਲੈਣ। ਗੱਲ ਤਾਂ ਹੀ ਨਹੀਂ, ਇੱਕ ਸਫ਼ਰ ਇਹ ਥੋੜਾ ਜਿਹਾ ਸੌਖਾ ਹੋ ਜਾਂਦਾ ਹੈ, ਹੋਰ ਕੀ ਹੈ, ਹੋਰ ਜ਼ਿੰਦਗੀ ਚ ਹੈ ਵੀ ਕੀ। ਪਰ ਬੰਦਾ ਚਾਹੁੰਦਾ ਨਹੀਂ ਮੈਂ ਦੂਜਿਆਂ ਨੂੰ ਮਧੋੜ ਦਿਆਂ, ਦੂਜਿਆਂ ਨੂੰ ਪੈਰਾਂ ਹੇਠ ਲਿਤਾੜ ਦਿਆਂ, ਦੂਜਿਆਂ ਨੂੰ ਗੁਲਾਮ ਬਣਾ ਲਵਾਂ, ਦੂਜਿਆਂ ਤੇ ਜ਼ੁਲਮ ਕਰਦਾ ਰਵਾਂ, ਅਤਿਆਚਾਰ ਕਰਾਂ, ਦੁਨੀਆ ਮੇਰਾ ਨਾਮ ਲਵੇ ਵੀ ਵਾਹ 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 ਕਿੱਡਾ ਵੱਡਾ ਬੰਦਾ ਹੈ। ਬਸ ਇਹ ਇੱਕ ਫਤੂਰ ਹੈ ਮਨੁੱਖ ਦੇ, ਇੱਕ ਭੁਲੇਖਾ ਹੈ, ਅਗਿਆਨਤਾ ਹੈ ਮਨੁੱਖ ਦੇ ਅੰਦਰ। ਤੋ ਇਹ ਤੰਗ ਦਿਲੀ ਜਿਸ ਦਿਨ ਟੁੱਟੇਗੀ, ਮਨੁੱਖ ਵਿਸ਼ਾਲ ਤੇ ਵੱਡਾ ਹੋ ਜਾਏਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਤੰਗ ਦਿਲੀ ਇਹਨਾਂ ਚੀਜ਼ਾਂ ਤੋਂ ਮੁਕਤ ਹੋ ਜਾਣਾ ਹੀ ਗਿਆਨ ਖੰਡ ਹੈ, ਗਿਆਨੀ ਹੋ ਜਾਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ ਇਹ ਗਿਆਨ ਖੰਡ ਦੀ ਅਵਸਥਾ 'ਚ ਤਾਂ ਹੀ ਉਹਨਾਂ ਕੁਝ ਸ਼ਬਦ ਵਰਤੇ ਨੇ। ਪ੍ਰਭੂ ਦਾ ਪੈਦਾ ਕੀਤਾ ਇਹ ਬਹੁ ਭਾਂਤੀ ਪਸਾਰਾ, ਇਹ ਅਨੇਕਤਾ ਨਾਲ ਭਰੇ ਹੋਏ ਪਸਾਰੇ ਦੀ ਸੋਝੀ ਦਿੰਦਿਆਂ ਹਜ਼ੂਰ ਕਹਿੰਦੇ ਨੇ ਵੇਖ ਵਿਸ਼ਾਲ ਕੁਦਰਤ ਵਿੱਚ ਜੀਣ ਵਾਲਿਆ, ਤੂੰ ਤੰਗ ਦਿਲ ਨਾ ਬਣ, ਤੂੰ ਸੰਕੀਰਣ ਨਾ ਹੋ, ਤੂੰ ਵੀ ਵੱਡਾ ਹੋ ਤੇ ਵੱਡਾ ਤੂੰ ਵਿਹਾਰ ਤੇ ਕਰਮ ਕਰਕੇ ਬਣਨ ਦੀ ਕੋਸ਼ਿਸ਼ ਕਰ। ਗਰੀਬ ਨਵਾਜ਼ ਪਾਤਸ਼ਾਹ ਤਦੇ ਹੀ ਆਖਦੇ ਨੇ ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਇੱਥੇ ਲੋਕ ਕਿ ਇੱਕ ਕ੍ਰਿਸ਼ਨ ਦੀਆਂ, ਇੱਕ ਸ਼ਿਵ ਦੀਆਂ ਗੱਲਾਂ ਕਰਦੇ, ਉਹ ਕੁਦਰਤ ਵਿੱਚ ਕਿੰਨੇ ਹੀ ਕਾਨ ਪਏ ਨੇ, ਕਿੰਨੇ ਹੀ ਮਹੇਸ਼ ਪਏ ਨੇ। ਕੁਦਰਤ ਦੇ ਵਿਸ਼ਾਲਤਾ ਦੇ ਸਾਹਮਣੇ ਕਿਸੇ ਦੀ ਕੀ ਪਾਏ ਭਲਾ, ਭਾਵੇਂ ਕੋਈ ਅਵਤਾਰ ਹੋਵੇ, ਭਾਵੇਂ ਕੋਈ ਗੁਰੂ ਪੈਗੰਬਰ ਹੋਵੇ ਤੇ ਭਾਵੇਂ ਸੰਸਾਰ ਦੇ ਪਦਾਰਥ ਹੋਣ, ਵਿਸ਼ਾਲ ਕੁਦਰਤ ਵਿੱਚ ਸਾਰਾ ਕੁਝ ਅਨੰਤ ਹੈ, ਅਨੰਤ ਹੈ, ਅਨੰਤ ਕੁਦਰਤ ਦੇ ਸਾਹਮਣੇ। ਕੇਤੇ ਬ੍ਰਹਮੇ ਘਾੜਤ ਘੜੀਆਂ, ਕੁਦਰਤ ਨੇ ਕਿੰਨੇ ਹੀ ਬ੍ਰਹਮਿਆਂ ਦੀ ਘਾੜਤ ਘੜ ਰੱਖੀ ਹੈ, ਕਿੰਨੇ ਹੀ। ਇੱਥੇ ਇੱਕ ਦੀ ਗੱਲ ਤੁਸੀਂ ਕੀ ਕਰਦੇ ਹੋ? ਕੁਦਰਤ ਦੇ ਸਾਹਮਣੇ ਇੱਕ ਦੀ ਕੋਈ ਖੇਡ ਨਹੀਂ ਹੈ। ਕੁਦਰਤ ਦੇ ਸਾਹਮਣੇ ਤਾਂ ਅਨੇਕਤਾ ਤੇ ਭਿੰਨਤਾ ਦੀ ਖੇਡ ਹੈ। ਔਰ ਕੁਦਰਤ ਦੇ ਸਾਹਮਣੇ ਐਸੀਆਂ ਅਣਗਿਣਤ ਚੀਜ਼ਾਂ, ਜਦੋਂ ਗੁਰੂ ਕਹਿਣਗੇ ਨਾ ਬਹੁਤ ਨੇ ਐਸੇ, ਤਾਂ ਇਹਦਾ ਮਤਲਬ ਹੁੰਦਾ ਵੀ ਕੁਦਰਤ ਦੇ ਸਾਹਮਣੇ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਚੀਜ਼ਾਂ ਨੂੰ ਕੋਈ ਵੱਡਾ ਨਹੀਂ ਮੰਨਦੇ। ਉਹ ਆਖਦੇ ਨੇ ਕੁਦਰਤ ਦੀਆਂ ਖੇਡਾਂ 'ਚ ਹੀ ਇੱਕ ਨਿੱਕੀ ਜਿਹੀ ਮਾਮੂਲੀ ਜਿਹੀ ਖੇਡ। ਰੂਪ ਰੰਗ ਕੇ ਵੇਸ, ਕਿੰਨੇ ਹੀ ਰੂਪ ਨੇ, ਕਿੰਨੇ ਹੀ ਰੰਗ ਨੇ, ਕਿੰਨੇ ਹੀ ਵੇਸ ਪਹਿਰਾਵੇ ਨੇ ਕੁਦਰਤ ਦੇ ਅੰਦਰ। ਕੇਤੀਆਂ ਕਰਮ ਭੂਮੀ, ਕਿੰਨੇ ਹੀ ਮਨੁੱਖ ਦੀਆਂ ਕਰਮ ਭੂਮੀਆਂ ਨੇ, ਕਾਰਜ ਖੇਤਰ ਨੇ। ਹਰ ਬੰਦਾ ਆਪਣੇ ਆਪਣੇ ਕਾਰਜ ਖੇਤਰ 'ਚ ਕੰਮ ਕਰ ਰਿਹਾ।
ਮੇਰ ਕੀਤੇ, ਕਿੰਨੇ ਹੀ ਉੱਚੇ ਉੱਚੇ ਸੁਮੇਰ ਵਰਗੇ ਪਰਬਤ ਨੇ, ਵੱਡੇ ਵੱਡੇ ਪਹਾੜ, ਕੀਤੇ ਧੂ ਉਪਦੇਸ਼, ਕਿੰਨੇ ਹੀ ਧਰੂ ਵਰਗੇ ਭਗਤਾਂ ਦੇ ਬਾਬਤ ਜਾਂ ਉਹਨਾਂ ਦੇ ਉਪਦੇਸ਼ ਜਾਂ ਉਹਨਾਂ ਦੀਆਂ ਕਥਾ ਕਹਾਣੀਆਂ ਸੰਸਾਰ 'ਚ ਨੇ ਸੇਧ ਦੇਣ ਵਾਲੀਆਂ। ਕੀਤੇ ਇੰਦ ਚੰਦ, ਕਿੰਨੇ ਹੀ ਬੱਦਲਾਂ ਦੇ ਝੁਰਮਟ, ਕਿੰਨੇ ਹੀ ਇੰਦਰ ਵਰਗੇ ਦੇਵਤੇ। ਇੱਥੇ ਇੱਕ ਦੀ ਗੱਲ ਕੀਤੀ ਜਾ ਸਕਦੀ, ਇਹ ਅਨੰਤ ਖੇਡ ਨੇ, ਅਣਗਿਣਤੀ ਇੰਦਰ ਖਾਦੇ ਪਏ ਨੇ, ਕਿੰਨੇ ਚੰਦ ਚਮਕ ਰਹੇ ਨੇ, ਕਿੰਨੇ ਸੂਰਜ ਨੇ ਇਸ ਬ੍ਰਹਿਮੰਡ ਕਾਇਨਾਤ ਅੰਦਰ, ਕੋਈ ਅੰਤ ਨਹੀਂ। ਕੀਤੇ ਮੰਡਲ ਦੇਸ਼, ਕਿੰਨੇ ਹੀ ਮੰਡਲ ਨੇ, ਜਿਵੇਂ ਸਾਡਾ ਤਾਰਾ ਮੰਡਲ ਹੈ, ਸਾਡੀ ਇੱਕ ਧਰਤੀ ਹੈ, ਸੂਰਜ ਚੰਦਰਮਾ, ਕਿੰਨੇ ਹੀ ਮੰਡਲ, ਕਿੰਨੇ ਹੀ ਭੂਮੀਆਂ, ਕਿੰਨੇ ਦੇਸ਼, ਭਾਵ ਅਣਗਿਣਤ ਮੰਡਲ ਬ੍ਰਹਿਮੰਡ ਦੇ ਹਿੱਸੇ ਖੰਡ ਨੇ। ਕੀਤੇ ਸਿੱਧ ਬੁੱਧ ਨਾਥ, ਕੀਤੇ ਕਿੰਨੇ ਹੀ ਸਿੱਧ, ਕਿੰਨੇ ਹੀ ਬੁੱਧ ਵਰਗੇ ਅਵਤਾਰ, ਕਿੰਨੇ ਹੀ ਨਾਥ ਕਹਾਉਣ ਵਾਲੇ। ਇਸ ਕੁਦਰਤ ਦੇ ਸਾਹਮਣੇ ਕਿਸੇ ਦੀ ਕੋਈ ਪਾਇਆ ਨਹੀਂ, ਅਣਗਿਣਤ ਅਨੇਕਤਾ ਨਾਲ ਭਰੀ ਪਈ ਇਸ ਕੁਦਰਤ ਅੰਦਰ। ਕੀਤੇ ਦੇਵੀ ਵੇਸ, ਕਿੰਨੀਆਂ ਹੀ ਦੇਵੀਆਂ ਤੇ ਕਿੰਨੇ ਹੀ ਉਹਨਾਂ ਦੇ ਵੇਸਾਂ ਦੀ ਖੇਡ ਪਈ ਚੱਲ ਰਹੀ ਹੈ। ਭਾਵ ਕੁਦਰਤ ਦੀ ਵਿਸ਼ਾਲਤਾ ਸਾਹਮਣੇ ਇਹਨਾਂ ਸਭ ਚੀਜ਼ਾਂ ਦੀ ਪਾਇਆ ਹੀ ਕੀ ਹੈ। ਕੀਤੇ ਦੇਵ ਦਾਨਵ, ਕਿੰਨੀਆਂ ਹੀ ਦੇਵਤਿਆਂ ਦੀਆਂ ਗੱਲਾਂ, ਕਿੰਨੀਆਂ ਹੀ ਰਾਖਸ਼ਾਂ ਦਾਨਵਾਂ ਦੀਆਂ ਖੇਡਾਂ ਤੇ ਕਹਾਣੀਆਂ ਕਥੀਆਂ ਜਾਂਦੀਆਂ। ਮੁਨ ਕੀਤੇ, ਕਿੰਨੇ ਮੁਨੀ ਲੋਕ ਨੇ। ਕੀਤੇ ਰਤਨ ਸਮੁੰਦ, ਕਿੰਨੇ ਹੀ ਰਤਨਾਂ ਨਾਲ ਭਰੇ ਸਮੁੰਦਰ ਤੇ ਕਿੰਨੇ ਹੀ ਸਮੁੰਦਰ ਤੇ ਕਿੰਨੇ ਹੀ ਰਤਨ, ਅਣਗਿਣਤ ਖੇਡ। ਕੀਤੀਆਂ ਖਾਣੀ, ਪ੍ਰਾਣਵਾਦੀ ਵਿਚਾਰਧਾਰਾ, ਚਾਰ ਖਾਣੀਆਂ ਚਾਰ ਬਾਣੀਆਂ, ਅੰਡਜ ਜੇਰਸ ਸੇਤਜ ਉਤਪੁਜ ਪਰਾ ਬਸੰਤੀ ਮਧਮਾ ਬੈਖਰੀ। ਸਤਿਗੁਰੂ ਨੇ ਆਖਿਆ ਕਿੰਨੀਆਂ ਹੀ ਖਾਣੀਆਂ ਤੇ ਕਿੰਨੀਆਂ ਹੀ ਬਾਣੀਆਂ ਦੀ ਖੇਡ ਹੈ ਇੱਥੇ। ਚਾਰ ਚਾਰ ਦੀ ਵੀ ਕੀ ਗੱਲ ਹੋਈ। ਕੀਤੇ ਪਾਤ ਨਰਿੰਦ, ਕਿੰਨੇ ਹੀ ਮਨੁੱਖਾਂ ਤੇ ਰਾਜ ਕਰਨ ਵਾਲੇ, ਕਿੰਨੇ ਹੀ ਪਾਤਸ਼ਾਹ ਹੋਏ, ਹੋ ਗੁਜ਼ਰੇ ਔਰ ਹੁੰਦੇ ਰਹਿਣਗੇ। ਕੀਤੀਆਂ ਸੁਰਤੀ ਸੇਵਕ ਕੀਤੇ, ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ ਕਿੰਨੇ ਹੀ ਸੰਸਾਰ ਦੇ ਅੰਦਰ, ਕਿੰਨੇ ਹੀ ਧਿਆਨ ਟਿਕਾਉਣ ਵਾਲੇ, ਜੋ ਲੋਕ ਮਨ ਦੁਆਰਾ ਧਿਆਨ ਲਗਾਉਂਦੇ ਨੇ, ਸੁਰਤੀ ਟਿਕਾਉਣ ਵਾਲੇ, ਕਿੰਨੇ ਹੀ ਸੇਵਕ ਭਾਵ ਵਾਲੇ। ਅਖੀਰ ਉੱਤੇ ਇੱਕ ਸ਼ਬਦ ਕਹਿ ਦਿੱਤਾ ਹੈ, ਇਹ ਤਾਂ ਕੁਝ ਗੱਲਾਂ ਗਿਣੀਆਂ ਨੇ, ਪਰ ਅਖੀਰ ਉੱਤੇ ਆ ਕੇ ਨਾਨਕ ਅੰਤ ਅਨੰਤ, ਅਕਾਲ ਪੁਰਖ ਦੀ ਵਿਸ਼ਾਲ ਕੁਦਰਤ ਦਾ ਕੋਈ ਪਾਰਾਵਾਰ ਨਹੀਂ ਹੈ। ਇਹ ਗੱਲ ਕਹਿ ਕੇ ਸਤਿਗੁਰੂ ਸਾਡੀ ਸੁਰਤ ਨੂੰ ਸੰਕੀਰਣਤਾ ਚੋਂ ਕੱਢ ਕੇ ਵਿਸ਼ਾਲਤਾ ਦੇ ਨਾਲ ਜੋੜ ਕੇ ਆਖਦੇ ਨੇ, ਬੰਦਿਆ ਇਸ ਵਿਸ਼ਾਲ ਕੁਦਰਤ ਅੰਦਰ ਹੁਣ ਤੂੰ ਦੱਸ ਫਿਰ ਤੇਰੀ ਕੀ ਪਾਇਆ, ਤੇ ਆਪਣੀ ਪਾਇਆ ਨੂੰ ਮਹਿਸੂਸ ਕਰ ਤੇ ਵਿਸ਼ਾਲ ਕੁਦਰਤ ਦਾ ਹਿੱਸਾ ਬਣ, ਵਿਸ਼ਾਲ ਹੋ, ਸੰਕੀਰਣਤਾ ਤਿਆਗ, ਗਿਆਨ ਦਾ ਅਧਿਕਾਰੀ ਬਣ ਔਰ ਆਪਣੀ ਸੁਰਤ ਉੱਚੀ ਕਰਕੇ ਸ਼ੁਭ ਗੁਣਾ ਭਰਪੂਰ ਜੀਵਨ ਜੀ, ਆਪਣੀ ਜ਼ਿੰਦਗੀ ਨੂੰ ਆਨੰਦਮਈ ਬਣਾ। ਸਤਿਗੁਰੂ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਸਭਨਾਂ ਦਾ ਧੰਨਵਾਦ। ਬੜੇ ਅਦਬ ਸਹਿਤ ਗੁਰੂ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।